स्वागत ਗੱਲਾਂ ਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਹਾਂ ਪਰਮਵੀਰ। ਹਰ ਰੋਜ਼ ਅਸੀਂ ਤੁਹਾਨੂੰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਔਰ ਅੱਜ ਦਾ ਵਿਸ਼ਾ ਜਿਹੜਾ ਹੈ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਬੇहद ਖਾਸ ਹੋਏਗਾ। ਇੱਕ ਸਮਾਂ ਸੀ ਜਦੋਂ ਗੁਰੂ ਸ਼ਿष्य ਪਰੰਪਰਾ ਚੱਲਦੀ ਹੁੰਦੀ ਸੀ। ਸ਼ਿष्य ਜਿਹੜਾ ਆ ਕਈ ਮੀਲ ਦੂਰ ਜਾ ਕੇ ਗੁਰੂ ਦੇ ਕੋਲ ਜਾਂਦਾ ਸੀ, ਉਸ ਦੀ ਸੇਵਾ ਕਰਦਾ ਸੀ ਤੇ ਸਿੱਖਿਆ ਹਾਸਲ ਕਰਦਾ ਸੀ। ਹੌਲੀ ਹੌਲੀ ਸਮਾਂ ਬੀਤਿਆ ਤੇ ਸਮੇਂ ਦੇ ਨਾਲ ਨਾਲ ਕਾਫੀ ਬਦਲਾਵ ਆਇਆ। ਗੁਰੂ ਜਿਹੜਾ ਹੈ ਅਧਿਆਪਕ ਜਿਹੜਾ ਹੈ ਕਾਫੀ ਨਾਮਾਂ ਤੋਂ ਜਾਣਿਆ ਜਾਣ ਲੱਗਾ। ਉਹ ਅੱਜ ਇੱਕ ਮੈਂਟਰ ਹੈ, ਇੱਕ ਫੈਸਿਲਿਟੇਟਰ ਹੈ, ਗਾਈਡ ਹੈ, ਕਾਉਂਸਲਰ ਹੈ। ਇਸ ਦੇ ਨਾਲ ਨਾਲ ਗੁਰੂ ਤੇ ਸ਼ਿष्य ਯਾਨੀ ਕਿ ਅਧਿਆਪਕ ਤੇ ਵਿਦਿਆਰਥੀਆਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਵੀ ਕਾਫੀ ਅਸੀਂ ਬਦਲਾਵ ਦੇਖਦੇ ਹਾਂ। ਔਰ ਇਹ ਜਿਹੜਾ ਬਦਲਾਵ ਆਇਆ ਹੈ ਕਿਸ ਤਰ੍ਹਾਂ ਆਪਾਂ ਇਹਨਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ, ਕਿਵੇਂ ਵਿਕਾਸ ਕਰਨਾ ਹੈ, ਇਸ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਗੱਲਾਂ ਦੇ ਗੀਤ ਦੇ ਵਿੱਚ। ਔਰ ਖਾਸ ਮਹਿਮਾਨ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾ ਦਈਏ। ਸਾਡੇ ਕੋਲ ਉਚੇਚੇ ਤੌਰ ਤੇ ਪਹੁੰਚੇ ਨੇ ਜੀ ਅੰਮ੍ਰਿਤਸਰ ਤੋਂ ਮਿਸਿਸ ਸਿਮਰਤ ਗਗਨ ਜੀ, ਜੋ ਕਿ ਇੱਕ ਅਧਿਆਪਿਕਾ ਨੇ ਔਰ ਕਵਿਤਰੀ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਇੱਕ ਅਧਿਆਪਿਕਾ ਹੋ ਔਰ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਤੁਹਾਡੇ ਤੋਂ ਪੜ੍ਹ ਕੇ ਗਏ ਨੇ ਔਰ ਬਹੁਤ ਸਾਰੇ ਪੜ੍ਹ ਰਹੇ ਨੇ। ਇੱਕ ਵਿਦਿਆਰਥੀ ਦੇ ਜੀਵਨ ਦੇ ਵਿੱਚ ਇੱਕ ਅਧਿਆਪਕ ਦਾ ਕੀ ਰੋਲ ਹੈ, ਕੀ ਮਹੱਤਵ ਹੈ? ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗੀ ਕਿ ਮਾਂ ਜਿਹੜੀ ਹੁੰਦੀ ਉਹ ਸਭ ਤੋਂ ਪਹਿਲਾਂ ਅਧਿਆਪਕ ਹੁੰਦੀ ਘਰ 'ਚੋਂ। ਮਾਂ, ਪਰਿਵਾਰ, ਸਮਾਜ ਜੀ। ਤੇ ਹੌਲੀ ਹੌਲੀ ਬੱਚਾ ਜਿਹੜਾ ਉਹ ਸਮਾਜ ਤੋਂ ਤੇ ਮਾਂ ਤੋਂ ਸਿੱਖਦਾ। ਪਹਿਲਾਂ ਉਹਦਾ ਸਕੂਲ ਉਹੀ ਹੈ। ਫਿਰ ਜਦੋਂ ਅਸੀਂ ਦੇਖੀਏ ਕਿ ਬੱਚਾ ਥੋੜਾ ਥੋੜਾ ਵੱਡਾ ਹੋ ਰਿਹਾ, ਜੇ ਤੁਸੀਂ ਪੁਰਾਣੇ ਸਮੇਂ ਦੀ ਗੱਲ ਕਰੋ ਤੇ ਪਹਿਲਾਂ ਦੇ ਜਿਹੜੇ ਸੀਗੇ ਗੁਰੂ ਸ਼ਿष्य ਪਰੰਪਰਾ ਸੀ, ਬੱਚੇ ਜਿਹੜੇ ਸੀ ਬੜੀ ਦੂਰ ਦੂਰ ਤੁਰ ਕੇ ਆਪਣੇ ਅਧਿਆਪਕ ਕੋਲ ਸਿੱਖਣ ਆਉਂਦੇ ਸੀ। ਜਿਸ ਤਰ੍ਹਾਂ ਕਬੀਰ ਜੀ ਨੇ ਤੇ ਗੁਰੂ ਨੂੰ ਬਹੁਤ ਉੱਚੀ ਜਗ੍ਹਾ ਤੇ ਬਿਠਾਇਆ। ਗੁਰੂ ਗੋਬਿੰਦੋਂ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦਿਓ ਦਿਖਾਏ। ਤੇ ਗੁਰੂ ਦਾ ਸ਼ਾਬਦਿਕ ਅਰਥ ਵੀ ਹੈ ਰੋਸ਼ਨੀ ਤੋਂ ਅੰਧੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਣਾ। ਬਿਲਕੁਲ ਗੂ ਜਮਾਰੂ। ਤੋ ਇਹ ਚੀਜ਼ ਗੁਰੂ ਨੂੰ ਤੇ ਖੈਰ ਬਹੁਤ ਉੱਚੀ ਜਗ੍ਹਾ ਤੇ ਰੱਖਿਆ ਗਿਆ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਗੁਰੂ ਹੈ ਨਾ, ਉਹ ਅੱਜ ਦੀ ਜਿਹੜੀ ਪੀੜ੍ਹੀ ਹੈ ਉਹਦੇ ਨਾਲ ਨਾਲ ਉਹ ਫਿਰ ਤੋਂ ਸਿੱਖ ਰਿਹਾ ਜੀ। ਤੋ ਮੈਨੂੰ ਲੱਗਦਾ ਗੁਰੂ ਵੀ ਇੱਕ ਤਰ੍ਹਾਂ ਦੇ ਸਕੂਲ ਦੇ ਵਿੱਚ ਹੀ ਹੈ ਤੇ ਬੱਚਾ ਵੀ ਇੱਕ ਸਕੂਲ ਦੇ ਵਿੱਚ ਹੀ ਹੈ ਜੀ। ਤੇ ਜੇ ਅਸੀਂ ਜਾਣਨਾ ਚਾਹੀਏ ਕਿ ਇੱਕ ਆਦਰਸ਼ ਅਧਿਆਪਕ ਜਿਹੜਾ ਹੈ ਉਸਦੇ ਕੀ ਕੀ ਗੁਣ ਨੇ, ਉਹ ਤੁਸੀਂ ਕੀ ਦੱਸਣਾ ਚਾਹੋਗੇ ਇਸ ਬਾਰੇ? ਜੇ ਉਹੀ ਗੱਲ ਹੈ, ਆਪਾਂ ਫਿਰ ਕੰਪੈਰੀਜ਼ਨ ਤੇ ਜ਼ਰੂਰ ਕਰਾਂਗੇ। ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਇੱਕ ਗੁਰੂ ਨੂੰ ਪੂਰਾ ਸੰਪੂਰਨ ਮੰਨਦੇ ਸੀ ਕਿ ਗੁਰੂ ਹਰ ਇੱਕ ਵਿੱਦਿਆ ਦੇ ਰਿਹਾ, ਸ਼ਸਤਰ ਵਿੱਦਿਆ ਵੀ ਦੇ ਰਿਹਾ, ਵੇਦ ਵਿੱਦਿਆ ਵੀ ਦੇ ਰਿਹਾ, ਸੰਗੀਤ ਵਿੱਦਿਆ ਵੀ ਦੇ ਰਿਹਾ। ਤਾਂ ਇੱਕ ਪੂਰਨ ਤੌਰ ਤੇ ਇੱਕ ਗੁਰੂ ਹੈ। ਗੁਰੂਕੁਲ ਦੇ ਵਿੱਚ ਬੱਚਾ ਉਹਦੇ ਕੋਲ ਬੱਚੇ ਜਾ ਰਹੇ ਨੇ ਜੀ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਨੋ ਡਾਊਟ ਉਹਨੂੰ ਸਰਵਗੁਣ ਸੰਪੂਰਨ ਹੋਣਾ ਪੈਂਦਾ, ਹੋਣਾ ਵੀ ਚਾਹੀਦਾ, ਪਰ ਫਿਰ ਵੀ ਐਕਸਪਰਟ ਜਿਹੜੇ ਏਰੀਆਜ਼ ਨੇ ਉਹ ਬਦਲ ਗਏ। ਇੱਕ ਮਿਊਜ਼ਿਕ ਟੀਚਰ ਹੋ ਗਿਆ ਹੈ ਨਾ, ਇੱਕ ਦੂਸਰਾ ਕੋਈ ਮੈਥ ਟੀਚਰ ਹੋ ਗਿਆ, ਆਪਣਾ ਭਾਸ਼ਾ ਦਾ ਟੀਚਰ ਹੋ ਗਿਆ। ਇਹ ਸਾਰੇ ਵੱਖਰੇ ਵੱਖਰੇ ਹੋ ਗਏ। ਸੋ ਗੁਰੂ ਵੀ ਅਲੱਗ-ਅਲੱਗ ਰੂਪਾਂ ਨਾਲ ਸਥਾਪਿਤ ਹੋਏ ਨੇ ਤੇ ਉਸੇ ਤਰ੍ਹਾਂ ਫਿਰ ਸ਼ਿष्य ਵੀ ਜਿਹੜੇ ਨੇ ਉਹ ਵੇਰੀ ਕਰਦੇ ਨੇ। ਜਿੱਦਾਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਬੱਚੇ ਨੂੰ ਵੀ, ਬੱਚੇ ਨੂੰ ਘੂਰ ਕੇ ਬੱਚਾ ਸਮਝ ਜਾਂਦਾ ਸੀ, ਘੂਰੀ ਸਮਝਦਾ ਸੀ। ਇੱਕ ਨਾ ਵੇਵਲੈਂਥ ਬੱਚੇ 'ਚ ਤੇ ਅਧਿਆਪਕ 'ਚ ਸੈੱਟ ਹੋ ਜਾਂਦੀ ਸੀ ਜੀ। ਅੱਜ ਦੇ ਸੀਨ ਦੇ ਵਿੱਚ ਉਹ ਚੀਜ਼ ਨਹੀਂ ਹੈ। ਬਿਲਕੁਲ ਬੱਚੇ ਘੂਰੀ ਨਹੀਂ ਸਮਝਦੇ, ਬੱਚਿਆਂ ਨੂੰ ਅਸੀਂ ਘੂਰ ਵੀ ਨਹੀਂ ਸਕਦੇ। ਰਾਦਰ ਸਾਨੂੰ ਉਹਨਾਂ ਦੇ ਲੈਵਲ ਤੇ ਆ ਕੇ ਖੜੇ ਹੋ ਕੇ ਉਹਨਾਂ ਨਾਲ ਗੱਲ ਜਿਹੜੀ ਉਹ ਕਰਨੀ ਪੈਂਦੀ ਹੈ। ਸੋ ਆਦਰਸ਼ ਅਧਿਆਪਕ ਉਹੀ ਹੈ ਜਿਹੜਾ ਬੱਚੇ ਦੀ ਜਗ੍ਹਾ ਤੇ ਆ ਕੇ ਉਹਦੇ ਸਟੇਟ ਆਫ ਮਾਈਂਡ ਤੱਕ ਆ ਕੇ ਪਹੁੰਚੇ ਤੇ ਫਿਰ ਉਹਦੇ ਨਾਲ ਜਿਹੜਾ ਉਹ ਗੱਲ ਕਰੇ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਸਮੇਂ ਦੇ ਨਾਲ ਨਾਲ ਅਧਿਆਪਕ ਦੇ ਵਿੱਚ ਵੀ ਬਦਲਾਵ ਆਇਆ ਹੈ? ਅੱਜ ਦਾ ਸਮਾਂ ਜੇ ਦੇਖਿਆ ਜਾਵੇ, ਮੌਜੂਦਾ ਸਮਾਜ ਜੇ ਦੇਖਿਆ ਜਾਵੇ, ਪਦਾਰਥਕਵਾਦ ਹੋ ਗਿਆ ਹੈ, ਭੌਤਿਕਤਾਵਾਦ ਹੋ ਗਿਆ ਹੈ, ਔਰ ਇਸ ਸਮੇਂ ਦੇ ਨਜ਼ਰੀਏ ਨਾਲ ਜੇ ਆਪਾਂ ਦੇਖੀਏ ਤੇ ਇੱਕ ਅਧਿਆਪਕ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਤੁਸੀਂ ਦੇਖਦੇ ਹੋ? ਸਿਰਫ ਅਧਿਆਪਕ 'ਚ ਨਹੀਂ ਆਏ, ਮਤਲਬ ਪੂਰੇ ਸਮਾਜ ਦੇ ਵਿੱਚ ਜਿਹੜੇ ਬਦਲਾਵ ਆਏ ਨੇ। ਅਧਿਆਪਕ ਤੇ ਵਿਦਿਆਰਥੀ ਸਮਾਜ ਦਾ ਹੀ ਹਿੱਸਾ ਨੇ ਜੀ। ਪਹਿਲੇ ਤੁਸੀਂ ਪੁਰਾਣੀ ਗੱਲ ਕਰੋ ਤੇ ਕਬੀਰ ਜੀ ਨੂੰ ਉਹਨਾਂ ਦੇ ਗੁਰੂ ਜਿਹੜੇ ਸੀ ਉਹ ਨਹੀਂ ਸੀ ਐਕਸੈਪਟ ਕਰ ਰਹੇ ਐਜ਼ ਅ ਸਟੂਡੈਂਟ, ਹੈ ਨਾ, ਵੀ ਮੈਂ ਤੈਨੂੰ ਆਪਣਾ ਸ਼ਿष्य ਨਹੀਂ ਬਣਾ ਸਕਦਾ। ਤੇ ਉਹ ਸ਼ਿष्य ਕਿਸ ਤਰ੍ਹਾਂ ਦੇ ਸੀ ਕਿ ਮੂੰਹ ਹਨੇਰੇ ਜਦੋਂ ਰਾਮਾਨੰਦ ਜੀ ਇਸ਼ਨਾਨ ਕਰਕੇ ਆਉਂਦੇ ਤੇ ਕਬੀਰ ਜੀ ਰਸਤੇ 'ਚ ਲੇਟ ਜਾਂਦੇ ਆ ਜੀ। ਤੇ ਜਦੋਂ ਉਹਨਾਂ ਦਾ ਪੈਰ ਵੱਜਦਾ ਤੇ ਕਬੀਰ ਜੀ ਨੂੰ ਉਹ ਕਹਿੰਦੇ ਨੇ ਕੌਣ ਹੈ ਬਈ, ਰਾਮ ਰਾਮ ਬੋਲ। ਤੇ ਕਬੀਰ ਜੀ ਕਹਿੰਦੇ ਵੀ ਬਸ ਮੈਨੂੰ ਸਬਕ ਮਿਲ ਗਿਆ। ਤੇ ਇਹ ਮੇਰਾ ਮਤਲਬ ਰਾਮਾਨੰਦ ਜੀ ਵੀ ਪ੍ਰਭਾਵਿਤ ਹੋ ਗਏ ਵੀ ਇਹ ਬੱਚਾ ਤੇ ਮੇਰੇ ਪੈਰਾਂ 'ਚ ਹੀ ਲੇਟ ਗਿਆ ਸਿੱਖਿਆ ਲੈਣ ਲਈ। ਤੇ ਤੁਸੀਂ ਅੱਜ ਦਾ ਉਹਨੂੰ ਸੀਨ ਨੂੰ ਦੇਖ ਲਓ। ਅੱਜ ਦਾ ਸੀਨ ਕੀ ਹੈ? ਅਸੀਂ ਖੁਦ ਪਰਸਨਲੀ ਕਈ ਵਾਰੀ ਬੱਚਿਆਂ ਨੂੰ ਫੋਨ ਕਰਕੇ ਸਵੇਰੇ ਉਠਾਉਂਦੇ ਆ ਵੀ ਬੇਟਾ ਉੱਠ ਜਾ,
ਅੱਜ ਸਕੂਲ ਆ ਜਾਈ, ਅੱਜ ਬੜਾ ਇੰਪੋਰਟੈਂਟ ਚੈਪਟਰ ਅਸੀਂ ਕਰਾਉਣਾ। ਜੀ ਸੀਨ ਬਦਲ ਗਿਆ ਨਾ। ਜੀ ਸੋ ਇਹ ਜਿਹੜੀਆਂ ਚੇਂਜਸ ਹੈ ਇਹ ਸਾਰੇ ਏਰੀਆਜ਼ ਦੇ ਵਿੱਚ ਆਈਆਂ ਨੇ ਜੀ, ਮਾਪਿਆਂ ਦੇ ਵਿੱਚ ਵੀ, ਬੱਚਿਆਂ ਦੇ ਵਿੱਚ ਵੀ ਤੇ ਅਧਿਆਪਕ ਦੇ ਵਿੱਚ ਵੀ। ਤੇ ਇਹ ਜਿਹੜਾ ਬਦਲਾਵ ਹੈ ਕਿੰਨਾ ਕੁ ਸਹੀ ਔਰ ਕਿੰਨਾ ਕੁ ਗਲਤ ਮਹਿਸੂਸ ਕਰਦੇ ਹੋ ਤੁਸੀਂ? ਸਮੇਂ ਦੇ ਨਾਲ ਤੁਰਨਾ ਤੇ ਖੈਰ ਤੁਹਾਨੂੰ ਪਤਾ ਅੱਜ ਦੀ ਜ਼ਰੂਰਤ ਹੈ ਜੀ ਬਦਲਾਵ ਜ਼ਰੂਰੀ ਹੈ ਜਾਂ ਨਹੀਂ, ਉਹਨੇ ਆਉਣਾ ਹੀ ਹੈ, ਜੀ, ਚੰਗਾ ਹੋਏ ਜਾਂ ਮਾੜਾ ਹੋਏ। ਸੋ ਇਸ ਬਦਲਾਵ ਦੇ ਨਾਲ ਨਾਲ ਉਹਨੂੰ ਕੋਪ ਅਪ ਕਰਕੇ ਤੁਰਨਾ, ਉਹਦੇ ਨਾਲ ਨਾਲ ਉਹਦੀਆਂ ਚੰਗੀਆਂ ਮਾੜੀਆਂ ਸਾਰੇ ਸਿੱਟੇ ਦੇਖ ਕੇ ਤੁਰਨਾ ਜਿਹੜਾ ਉਹ ਜ਼ਰੂਰੀ ਹੁੰਦਾ ਜੀ, ਹੈ ਨਾ। ਜਿਸ ਤਰ੍ਹਾਂ ਹੁਣ ਸਪੋਜ਼ ਅੱਜ ਦੇ ਜਿਹੜਾ ਅਧਿਆਪਕ ਹੈ, ਅਸੀਂ ਆਪਣੀ ਗੱਲ ਕਰ ਲਈਏ, ਸਾਡੀ ਜਨਰੇਸ਼ਨ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਅੱਜ ਕੱਲ੍ਹ ਦੇ ਬੱਚਿਆਂ ਦੇ ਨਾਲ, ਹਾਈਟੈਕ ਬੱਚਿਆਂ ਦੇ ਨਾਲ ਤੁਰਨ ਲਈ ਫਿਰ ਤੋਂ ਪੜ੍ਹਨਾ ਪਿਆ, ਟੈਕਨੋ ਫਰੈਂਡਲੀ ਹੋਣਾ ਪਿਆ, ਹੈ ਨਾ। ਸੋ ਇਹ ਬਦਲਾਵ ਐਕਸੈਪਟ ਕੀਤਾ, ਪੈਰੈਂਟਸ ਨੇ ਵੀ ਕੀਤਾ, ਬੱਚਿਆਂ ਨੇ ਵੀ ਕੀਤਾ। ਰਾਦਰ ਤੁਹਾਨੂੰ ਦੱਸਾਂ ਬੱਚੇ ਸਾਡੇ ਨਾਲੋਂ ਜ਼ਿਆਦਾ 2 ਕਦਮ ਅੱਗੇ ਨੇ, ਹੈ ਨਾ। ਸੋ ਇਹ ਬਦਲਾਵ ਜਿਹੜਾ ਬੜਾ ਜ਼ਰੂਰੀ ਹੈ ਔਰ ਇਸ ਬਦਲਾਵ ਦੇ ਨਾਲ ਹੀ ਦੇਖ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਨੇ ਉਹ ਧਰਮ, ਉਹ ਪ੍ਰਸਥਿਤੀ, ਉਹ ਮਨੁੱਖ ਕੀ ਹੈ ਜਿਹੜੇ 'ਚ ਫਲੈਕਸੀਬਿਲਿਟੀ, ਜਿਸ 'ਚ ਪਰਿਵਰਤਨ ਨਹੀਂ ਹੈ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ, ਪਰ ਉਹਦੇ ਨਾਲ ਤੁਰਨਾ ਸਭ ਤੋਂ ਵੱਡਾ ਚੈਲੰਜ ਹੁੰਦਾ ਜੀ। ਔਰ ਆਪਾਂ ਦੇਖਦੇ ਹਾਂ ਆਨਲਾਈਨ ਸਟੱਡੀ ਦਾ ਅੱਜ ਕੱਲ੍ਹ ਬੋਲਬਾਲਾ ਹੈ। ਹਾਲਾਂਕਿ ਕਾਫੀ ਦੇਰ ਪਹਿਲਾਂ ਤੋਂ ਆਨਲਾਈਨ ਸਟੱਡੀ ਸ਼ੁਰੂ ਹੋ ਗਈ, ਪਰ ਕੋਵਿਡ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚੇ ਜਿਹੜੇ ਨਰਸਰੀ ਕਲਾਸ ਦੇ ਬੱਚੇ ਉਹ ਵੀ ਆਨਲਾਈਨ ਪੜ੍ਹਾਈ ਜਿਹੜੀ ਜਿਨ੍ਹਾਂ ਨੇ ਕੀਤੀ, ਤੇ ਇਸ ਦਾ ਅਧਿਆਪਕਾਂ ਤੇ ਜਾਂ ਫਿਰ ਵਿਦਿਆਰਥੀਆਂ ਤੇ ਕੀ ਅਸਰ ਪਿਆ? ਕੋਵਿਡ ਨੇ ਤੇ ਖੈਰ ਜੇ ਸਾਨੂੰ ਮਾਰਿਆ ਤੇ ਸਿਖਾਇਆ ਵੀ ਬਹੁਤ ਕੁਛ ਹੈ ਜੀ। ਸਾਡੀ ਜਨਰੇਸ਼ਨ ਨੇ ਤੇ ਮਤਲਬ 47 ਵੀ ਵੇਖਿਆ, 84 ਵੀ ਵੇਖਿਆ ਤੇ ਕੋਵਿਡ ਵੀ ਵੇਖਿਆ, ਹੈ ਨਾ। ਸੋ ਇਹਦੇ ਵਿੱਚ ਆਨਲਾਈਨ ਪਹਿਲੇ ਆਪਸ਼ਨਲ ਸੀ ਸ਼ੁਰੂ, ਉਹ ਤੇ ਸੀ ਜਦੋਂ ਸ਼ੁਰੂ ਹੋਇਆ ਸਾਰਾ ਸਿਸਟਮ, ਉਹ ਸੀਗੀ ਵੀ ਜਿਹੜਾ ਪੜ੍ਹਨਾ ਚਾਹੁੰਦੇ ਆ, ਹੈ ਨਾ। ਬਟ ਇਹਦੇ ਵਿੱਚ ਇਹ ਜ਼ਰੂਰੀ ਹੋ ਗਿਆ। ਜਦੋਂ ਇਹ ਜ਼ਰੂਰੀ ਹੋਇਆ ਤੇ ਸਾਰਾ ਕੁਝ ਬੰਦ ਹੈ, ਅਸੀਂ ਸਾਰੇ ਘਰਾਂ 'ਚ ਬੈਠੇ ਹਾਂ, ਪਹਿਲਾਂ ਅਧਿਆਪਕਾਂ ਨੇ ਉਹ ਚੀਜ਼ ਨੂੰ ਸਿੱਖਿਆ ਜੀ ਵੀ ਕਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਪੜ੍ਹਾਉਣਾ, ਕਿੱਦਾਂ ਅਸੀਂ ਪੈਨ ਡਰਾਈਵ, ਕਿਸ ਤਰ੍ਹਾਂ ਲੈਸਨ ਪਲਾਨ ਕਿੱਦਾਂ ਤਿਆਰ ਕਰਨੇ ਨੇ, ਪੈਨ ਡਰਾਈਵ 'ਚ ਕਿੱਦਾਂ ਪਾਉਣਾ, ਆਨਲਾਈਨ ਬੱਚਿਆਂ ਨੂੰ ਕਿਸ ਤਰ੍ਹਾਂ ਮਤਲਬ ਕਹਿਣਾ ਕਿ ਇਸ ਤਰ੍ਹਾਂ ਕੈਮਰਾ ਤੁਸੀਂ ਸਾਡੇ ਵੱਲ ਕਰੋ, ਤੂੰ ਦਿਖਾ ਕੀ ਕਰ ਰਹੇ ਆ, ਜਾਂ ਅਸੀਂ ਉਹਨਾਂ ਵੱਲ ਕਿਸ ਤਰ੍ਹਾਂ ਕਰਨਾ ਹੈ, ਆਪਣਾ ਬੋਲਣ ਦਾ ਢੰਗ ਕਿਸ ਤਰ੍ਹਾਂ ਰੱਖਣਾ, ਉਹ ਸਾਰੇ ਡਿਸਿਪਲਿਨਡ ਸਭ ਕੁਝ ਜਿਹੜਾ ਅਸੀਂ ਸਿੱਖਿਆ। ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਉਸ ਰਾਹ ਤੇ ਲਿਆਂਦਾ। ਪੜ੍ਹਨ ਵਾਲੇ ਬੱਚੇ ਪੜ੍ਹੇ ਤੇ ਕਈ ਪੜ੍ਹਨ ਵਾਲੇ ਸ਼ਰਾਰਤੀ ਬੱਚੇ, ਉਹ ਤੁਹਾਨੂੰ ਪਤਾ ਹੀ ਹੈ, ਉਹ ਸ਼ਰਾਰਤੀ ਤੇ ਹੁੰਦੇ ਹੀ ਹਰ ਜਗ੍ਹਾ, ਪਰ ਸਭ ਤੋਂ ਜ਼ਿਆਦਾ ਉਹਨਾਂ ਬੱਚਿਆਂ ਨਾਲ ਮਿਹਨਤ ਕਰਨੀ ਪਈ ਜਿਨ੍ਹਾਂ ਦਾ ਸ਼ੁਰੂਆਤੀ ਸਮਾਂ ਸੀ। ਜਿਵੇਂ ਤੁਸੀਂ ਉਹਨੇ ਕਿਹਾ ਪਹਿਲੀ ਨਰਸਰੀ ਦੂਸਰੀ ਦੇ ਬੱਚੇ, ਉਹਨਾਂ ਦੇ ਤੇ ਬੇਸਿਕ ਸੀ, ਉਹਦੇ ਵਾਸਤੇ ਵੀ ਟੀਚਰ ਨੂੰ ਤੇ ਬੱਚਿਆਂ ਨੂੰ ਰਲ ਕੇ, ਪੈਰੈਂਟਸ ਨੂੰ ਰਲ ਕੇ ਬਹੁਤ ਜ਼ਿਆਦਾ ਇੱਕ ਸੰਘਰਸ਼ ਦੇ ਉਹਦੇ ਚੋਂ ਟਾਈਮ ਚੋਂ ਲੰਘਣਾ ਪਿਆ, ਪਰ ਸਭ ਨੇ ਉਹ ਕਰ ਲਿਆ ਜੀ। ਔਰ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਮਜ਼ਬੂਤ ਹੋਇਆ ਜਾਂ ਫਿਰ ਇਸ ਦੇ ਵਿੱਚ ਨਿਗਾਰ ਆਇਆ? ਕਈ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲਿਆ ਕਿ ਇਹ ਰਿਸ਼ਤਾ ਬੜਾ ਵਧੀਆ ਰਿਹਾ ਜੀ, ਹੈ ਨਾ, ਕਿਉਂਕਿ ਅਧਿਆਪਕਾਂ ਦੇ ਫੋਨ ਤਕਰੀਬਨ 250-250 300 ਨੰਬਰਸ ਦੇ ਨਾਲ ਭਰ ਗਏ, ਹੈ ਨਾ। ਉਹਨਾਂ ਨੇ ਆਪਣੀ ਪਰਸਨਲ ਲਾਈਫ, ਫੈਮਿਲੀ ਲਾਈਫ ਬਿਲਕੁਲ ਪਾਸੇ ਕਰ ਦਿੱਤੀ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਪੈਰੈਂਟਸ ਨੇ ਕੋਸ਼ਿਸ਼ ਕੀਤੀ ਜੇ 2 ਬੱਚੇ ਤੇ 2 ਫੋਨ ਅਰੇਂਜ ਕੀਤੇ ਜਾਣ ਤੇ 3 ਤੇ 3 ਕਰਨੇ ਪਏ, ਕਿਸੇ ਤਰ੍ਹਾਂ ਵੀ ਕਰਨੇ ਪਏ, ਹੈ ਨਾ। ਸੋ ਇਹਦੇ ਦੌਰਾਨ ਕੀ ਹੋਇਆ ਕਿ ਕੁਝ ਜਗ੍ਹਾ ਤੇ ਇਸ ਚੀਜ਼ ਦਾ ਬੱਚਿਆਂ ਨੇ ਫਾਇਦਾ ਵੀ ਲਿਆ ਕਿ ਕਿਹੜਾ ਮੈਂ ਟੀਚਰ ਨੂੰ ਦਿਖ ਰਿਹਾ ਕਿ ਮੈਂ ਪੜ੍ਹ ਰਿਹਾ ਕਿ ਨਹੀਂ ਪੜ੍ਹ ਰਿਹਾ, ਕੈਮਰਾ ਮੈਂ ਔਨ ਕਰਾਂ ਨਾ ਕਰਾਂ, ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿ ਦੇਣਾ। ਦੂਸਰਾ ਪੈਰੈਂਟਸ ਨੂੰ ਇਹ ਹੋਇਆ ਕਿ ਚਲੋ ਪਹਿਲਾਂ ਬੱਚਿਆਂ ਦੀ ਰੂਟੀਨ ਸੀ, ਤਿਆਰ ਹੋਏ ਸਕੂਲ ਗਏ, ਹੈ ਨਾ, ਬੜੀ ਸੋਹਣੀ ਡਿਸਿਪਲਿਨਡ ਇੱਕ ਲਾਈਫ ਚੱਲ ਰਹੀ ਹੈ। ਲੇਕਿਨ ਕੋਵਿਡ ਦੇ ਦੌਰਾਨ ਕੀ ਹੋਇਆ ਕਿ ਕਲਾਸ ਹੀ ਲਾਣੀ ਹੈ, ਚਲੋ ਬੈਠੇ ਬੈਠੇ ਬਿਸਤਰੇ 'ਚ ਹੀ ਲਗਾ ਲਾ। ਇਹ ਚੀਜ਼ਾਂ ਜਿਹੜੀਆਂ ਲਿਬਰਟੀ ਲਈ ਗਈ, ਉਹਦੇ ਨਾਲ ਬੱਚਿਆਂ ਦੇ ਵਿੱਚ ਨਾ ਪਰਸਨੈਲਿਟੀ 'ਚ ਬਹੁਤ ਜ਼ਿਆਦਾ ਜਿਹੜਾ ਅਸਰ ਆਇਆ। ਮਾਵਾਂ ਨੇ ਜਾਂ ਦਾਦੀਆਂ ਨਾਨੀਆਂ ਨੇ ਕਹਿਤਾ ਕੋਈ ਨਹੀਂ ਬੈਠਾ ਰਹਿਣ ਦੇ, ਰਜਾਈ 'ਚ ਬਹਿ ਕੇ ਕਲਾਸ ਲਾ ਲੇਗਾ, ਕੋਈ ਗੱਲ ਨਹੀਂ, ਹੈ ਨਾ। ਇਹ ਚੀਜ਼ਾਂ ਨੇ ਬੱਚਿਆਂ ਦੀ ਸ਼ਖਸੀਅਤ ਤੇ ਬਹੁਤ ਗਹਿਰਾ ਅਸਰ ਪਾਇਆ। 2 ਸਾਲ ਜਦੋਂ ਇਸ ਮਾਹੌਲ 'ਚ ਰਹੇ ਨੇ ਤੇ ਹੁਣ ਉਹ ਆਏ ਨੇ ਤੇ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਜੀ। ਤੇ ਇਹਦੇ ਵਿੱਚ ਨੈਚੁਰਲੀ ਤਾਂ ਕੁਦਰਤੀ ਤੌਰ ਤੇ ਸੰਬੰਧਾਂ 'ਚ ਫਰਕ ਆਇਆ ਔਰ ਕਈ ਬੱਚਿਆਂ ਨੂੰ ਤਾਂ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਹੁਣ ਅਧਿਆਪਕ ਦੀ ਜ਼ਰੂਰਤ ਨਹੀਂ ਹੈ, ਕੰਪਿਊਟਰ ਹੀ ਸਾਰਾ ਕੁਝ ਹੈ। ਹਾਂ ਬਿਲਕੁਲ। ਅੱਜ ਕੱਲ ਤੁਹਾਨੂੰ ਪਤਾ ਬੱਚਿਆਂ ਨੇ ਨਾਮ ਪਾਇਆ ਗੂਗਲ ਬਾਬਾ ਜਾਂ ਗੂਗਲ ਆਂਟੀ ਹੈ ਇੱਕ, ਹੈ ਨਾ, ਉਹ ਸਾਰੇ ਗੱਲਾਂ ਦੇ ਜਵਾਬ ਦੇ ਰਹੇ। ਪਰ ਮੈਨੂੰ ਲੱਗਦਾ ਕਿ ਚੌਕ ਐਂਡ ਡਸਟਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਜੋ ਟੀਚਰ ਇੱਕ ਸਮਝਾ ਸਕਦਾ ਨਾ ਗੱਲ ਨੂੰ, ਉਹ ਉਸ ਤਰ੍ਹਾਂ ਆਨਲਾਈਨ
ਠੀਕ ਹੈ ਆਨਲਾਈਨ ਜ਼ਰੂਰੀ ਹੈ ਜੀ ਬਹੁਤ ਚੀਜ਼ਾਂ ਦਾ ਜਿਵੇਂ ਹੈਲਪ ਮਿਲਦੀ ਹੈ ਏਡ ਕਾਈਂਡ ਆਫ ਏਡ ਪਰ ਟੀਚਰ ਜੋ ਹੈ ਨਾ ਉਹਦਾ ਰੋਲ ਕੋਈ ਮੈਮ ਨਹੀਂ ਲੈ ਸਕਦਾ ਜੀ। ਤੇ ਹੋਰ ਕਿਹੜੇ ਕਾਰਨ ਤੁਸੀਂ ਸਮਝਦੇ ਹੋ ਜਿਹੜਾ ਅੱਜ ਆਪਾਂ ਇੰਨਾ ਪਰਿਵਰਤਨ ਦੇਖ ਰਹੇ ਹਾਂ ਵਿਦਿਆਰਥੀ ਜੀਵਨ ਤੇ ਅਧਿਆਪਕ ਜੀਵਨ ਦੇ ਵਿੱਚ, ਜਿਹੜਾ ਆਪਸੀ ਸੰਬੰਧਾਂ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਜਾਂ ਫਿਰ ਕਹਿ ਲਓ ਕਿ ਦੂਰੀ ਹੋ ਰਹੀ ਹੈ, ਕੀ ਹੋਰ ਕਾਰਨ ਸਮਝਦੇ ਹੋ ਇਸ ਤੋਂ ਇਲਾਵਾ? ਹੋਰ ਕਾਰਨ ਮੈਂ ਕਹਾਂਗੀ ਕੁਝ ਪੈਰੈਂਟਿੰਗ ਵੀ ਹੈ ਜੀ। ਜਿਵੇਂ ਜਨਰੇਸ਼ਨ 'ਚ ਫਰਕ ਆ ਗਿਆ ਅੱਜ ਕੱਲ੍ਹ ਦੇ ਮਾਪਿਓ ਦੇ ਵਿੱਚ ਨਾ ਥੋੜ੍ਹਾ ਜਿਹਾ ਇਹ ਫਰਕ ਹੈ ਕਿ ਉਹ ਬੱਚਿਆਂ ਨੂੰ ਜਿਸ ਤਰ੍ਹਾਂ ਪਹਿਲਾਂ ਜਦੋਂ ਬੱਚਾ ਘਰ ਹੁੰਦਾ ਸੀ ਕੁਝ ਨਹੀਂ ਖਾ ਰਿਹਾ ਜਾਂ ਆਖੇ ਨਹੀਂ ਲੱਗ ਰਿਹਾ ਤੇ ਦਾਦੀ ਮਾਂ ਨੇ ਜਾਂ ਨਾਨੀ ਨੇ ਉਹਨੂੰ ਕੋਈ ਕਹਾਣੀ ਸੁਣਾਣੀ ਹੈ ਨਾ ਉਹ ਕਹਾਣੀ ਆਪਣੇ ਪਿਛੋਕੜ 'ਚੋਂ ਕੋਈ ਸਮਾਜਿਕ ਕੋਈ ਧਾਰਮਿਕ ਹੁੰਦੀ ਸੀ ਜੀ। ਬੱਚਾ ਉਹ ਸੁਣਦਾ ਖਾ ਲੈਂਦਾ ਸੀ ਜਾਂ ਕਰ ਲੈਂਦਾ ਸੀ। ਹੁਣ ਕੀ ਹੈ ਹੁਣ ਦੇ ਪੇਰੈਂਟਸ ਤੁਸੀਂ 10 ਕੁ ਸਾਲ ਤੋਂ ਦੇਖ ਲਓ 1 ਡੇਕੇਡ ਨਾ ਆਲਮੋਸਟ ਪੇਰੈਂਟਸ ਕੀ ਕਰਦੇ ਨੇ ਕਿ ਫੋਨ ਉਹਨਾਂ ਕੋਲ ਵੀ ਹੈ ਨਾ ਉਹ ਕੀ ਕਰਦੇ ਨੇ ਬੱਚਾ ਨਹੀਂ ਖਾ ਰਿਹਾ ਚੱਲ ਤੂੰ ਫੋਨ ਦੇਖ ਲੈ ਕੋਈ ਗੇਮ ਖੇਡ ਲੈ ਉਹ ਗੇਮ ਦੇਖ ਰਿਹਾ ਉਹ ਮੂੰਹ 'ਚ ਮਾਂ ਬੁਰਕੀਆਂ ਪਾ ਰਹੀ ਹੈ ਜੀ। ਇੱਥੇ ਫਰਕ ਆਇਆ ਬੱਚੇ ਨੂੰ ਤੇ ਪੇਰੈਂਟ ਦੋਨਾਂ ਜਗ੍ਹਾ ਤੇ ਦੇਖੋ ਤੁਸੀਂ ਪੈਰੈਂਟਿੰਗ ਵੀ ਦੇਖੋ ਤੇ ਬੱਚਾ ਫਿਰ ਉਹ ਬੱਚੇ ਨੂੰ ਕੀ ਸਮਝ ਆ ਗਿਆ ਕਿ ਹੁਣ ਮੈਂ ਜਿੱਦ ਕਰਾਂਗਾ ਤੇ ਮੇਰੀ ਜਿੱਦ ਜਿਹੜੀ ਉਹ ਪੂਰੀ ਹੋ ਜਾਣੀ ਹੈ ਮੈਨੂੰ ਮੋਬਾਈਲ ਮਿਲ ਜਾਣਾ ਮੈਨੂੰ ਕੰਪਿਊਟਰ ਜਾਂ ਲੈਪਟਾਪ ਮਿਲ ਜਾਣਾ ਜੇ ਮੈਂ ਥੋੜਾ ਜਿਹਾ ਵੀ ਕੀਤਾ ਪੇਰੈਂਟਸ ਵੀ ਖਪਨ ਤੋਂ ਬਚਣ ਵਾਸਤੇ ਜੀ ਕਾਉਂਸਲਿੰਗ ਕਰਨ ਦੀ ਬਜਾਏ ਉਹ ਕਹਿੰਦੇ ਚੱਲ ਠੀਕ ਹੈ ਜੀ। ਪੇਰੈਂਟਸ 'ਚ ਵੀ ਜ਼ਬਤ ਦੀ ਕਮੀ ਆਈ ਸਹਿਣਸ਼ੀਲਤਾ ਦੀ ਕਮੀ ਆਈ ਤੇ ਬੱਚਿਆਂ ਦੇ ਵਿੱਚ ਉਹ ਸੁਣਨ ਦਾ ਉਹ ਮਾਦਾ ਨਹੀਂ ਰਿਹਾ ਗੱਲ ਨੂੰ ਹਨਾ ਉਹ ਵੀ ਚਾਹੁੰਦੇ ਕਿ ਜੋ ਸਾਡਾ ਮੂੰਹੋਂ ਨਿਕਲਿਆ ਉਹ ਪੂਰਾ ਹੋਵੇ। ਪੇਰੈਂਟਸ ਬੱਚਿਆਂ ਕੋਲੋਂ ਥੋੜਾ ਡਰਦੇ ਤੇ ਉਹ ਫਿਰ ਟੀਚਰ ਵੀ ਬੱਚਿਆਂ ਕੋਲੋਂ ਥੋੜਾ ਜਿਹਾ ਡਰ ਕੇ ਹੀ ਗੱਲ ਕਰਦੇ ਆ ਜੀ। ਤੇ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਦੀ ਵੀ ਕਮੀ ਦੇਖਣ 'ਚ ਮਿਲਦੀ ਹੈ ਬੱਚਿਆਂ ਨੂੰ ਤੇ ਉੱਥੇ ਮਾਂ-ਬਾਪ ਦਾ ਕੀ ਰੋਲ ਬਣਦਾ ਹੈ ਤੇ ਅਧਿਆਪਕਾਂ ਦਾ ਜਾਂ ਫਿਰ ਸਮਾਜ ਦਾ ਜਾਂ ਕਹਿ ਲਈਏ ਕਿ ਸਿੱਖਿਅਕ ਸੰਸਥਾਵਾਂ ਦਾ ਕੀ ਰੋਲ ਬਣਦਾ? ਹਾਂ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਹੈ ਨਾ ਉਹਨੂੰ ਤੁਸੀਂ ਇਸ ਤਰ੍ਹਾਂ ਟੀਚ ਨਹੀਂ ਕਰ ਸਕਦੇ ਕਿ ਤੁਸੀਂ ਤੂੰ ਐ ਕਰ ਤੂੰ ਇਹ ਗਲਤ ਕੀਤਾ ਤੂੰ ਖੜਾ ਹੋ ਜਾ ਨੋ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤੁਸੀਂ ਪੀੜ੍ਹੀ ਜਿਹੜੀ ਨਾ ਤੁਹਾਡੇ ਕੋਲੋਂ ਜਵਾਬ ਮੰਗਦੀ ਹੈ ਜੀ ਵੀ ਜੇ ਤੁਸੀਂ ਮੈਨੂੰ ਆਖਿਆ ਹੈ ਕਿ ਮੈਂ ਖੜਾ ਹੋ ਜਾਵਾਂ ਤੇ ਕਿਉਂ ਪਹਿਲਾਂ ਸੀ ਬੱਚੇ ਨੂੰ ਕਿਹਾ ਖੜਾ ਹੋ ਜਾ ਤੇ ਬੱਚੇ ਦੇ ਮਨ 'ਚ ਹੁੰਦਾ ਸੀ ਕਿ ਮੈਂ ਕੁਝ ਗਲਤ ਕੀਤਾ ਤੇ ਮੈਨੂੰ ਮੇਰੇ ਟੀਚਰ ਨੇ ਇਸ ਤਰ੍ਹਾਂ ਕਿਹਾ ਅੱਜ ਦਾ ਬੱਚਾ ਕਹੇਗਾ ਕਿਉਂ ਤੁਸੀਂ ਮੈਨੂੰ ਖੜਾ ਕਿਉਂ ਕੀਤਾ ਹੈ ਨਾ ਮੈਂ ਗੱਲ ਹੀ ਤੇ ਕਰ ਰਿਹਾ ਸੀ ਹਾਲਾਂਕਿ ਜੇ ਟੀਚਰ ਕਹਿੰਦਾ ਕਲਾਸ 'ਚ ਗੱਲਾਂ ਨਹੀਂ ਕਰਨੀਆਂ ਉਹ ਕਹਿੰਦਾ ਫਿਰ ਕੀ ਹੋਇਆ ਅੱਜ ਕੱਲ੍ਹ ਦਾ ਬੱਚਾ ਉਹਦੇ ਕੋਲੋਂ ਟੀਚਰ ਕੋਲੋਂ ਸਵਾਲ ਕਰਦਾ ਪੇਰੈਂਟਸ ਕੋਲੋਂ ਸਵਾਲ ਕਰਦਾ ਇੰਨੇ ਕੁ ਸਵਾਲ ਨੇ ਉਹਦੇ ਕੋਲ ਕਿ ਪੇਰੈਂਟਸ ਕੋਲ ਵੀ ਕਈ ਵਾਰੀ ਉਸ ਚੀਜ਼ ਦੇ ਜਵਾਬ ਨਹੀਂ ਹੁੰਦੇ ਜੀ। ਸੋ ਇਸ ਕਰਕੇ ਥੋੜਾ ਜਿਹਾ ਕਦਰਾਂ ਕੀਮਤਾਂ 'ਚ ਫਰਕ ਆਇਆ ਹੈ ਨਾ ਕਿ ਉਹੀ ਚੀਜ਼ ਜਿਹੜੀ ਕਿ ਪੇਰੈਂਟਸ ਤੇ ਜਿਹੜੇ ਮਾਪੇ ਨੇ ਘਰੋਂ ਹੀ ਬੱਚਿਆਂ ਨੂੰ ਸਪੋਜ਼ ਉਹ ਬੱਚਾ ਘਰ ਜਾ ਕੇ ਕਹਿੰਦਾ ਕਿ ਮੈਨੂੰ ਮੇਰੇ ਟੀਚਰ ਨੇ ਏਦਾਂ ਮੇਰੇ ਅਧਿਆਪਕ ਨੇ ਮੈਨੂੰ ਗੁੱਸੇ ਹੋਇਆ ਹੈ ਨਾ ਤੇ ਕੋਈ ਘਰ 'ਚ ਕਹਿ ਦੇਗਾ ਕਿ ਚਲ ਕੋਈ ਨਹੀਂ ਅਸੀਂ ਜਾ ਕੇ ਗੱਲ ਕਰਾਂਗੇ ਕੋਈ ਕਹਿ ਦੇਗਾ ਦੱਸਾਂ ਵੀ ਕਿਹੜਾ ਅਧਿਆਪਕ ਹੈ ਤੇਰਾ ਜਿੱਥੇ ਕਿਹਾ ਗਿਆ ਦੱਸਾਂ ਕਿਹੜਾ ਅਧਿਆਪਕ ਹੈ ਤੇਰਾ ਉੱਥੇ ਉਹ ਚੀਜ਼ ਬੱਚੇ ਦੇ ਮਨ 'ਚ ਹਾਲਾਂਕਿ ਇੱਕ ਸਮਾਂ ਸੀ ਜਦੋਂ ਜਿਹੜੇ ਮਾਂ-ਬਾਪ ਸੀ ਜਦੋਂ ਉਹ ਪੀਟੀਐਮ ਤੇ ਆਪਣੀ ਇੰਟਰੈਕਸ਼ਨ ਹੁੰਦੀ ਸੀ ਇੱਕ ਅਧਿਆਪਕ ਦੇ ਨਾਲ ਕਈ ਵਾਰ ਬੱਚਿਆਂ ਨੂੰ ਅਧਿਆਪਕ ਦੇ ਸਾਹਮਣੇ ਹੀ ਕੁੱਟਦੇ ਹੁੰਦੇ ਸੀ ਹਾਂ ਬਿਲਕੁਲ ਜੀ। ਮੈਂ ਤੁਹਾਨੂੰ ਖੁਦ ਕਹਿ ਰਹੀ ਹਾਂ ਕਿ 10 ਸਾਲ ਪਹਿਲਾਂ ਦੀ ਗੱਲ ਕਰੋ ਤੇ ਇਸ ਤਰ੍ਹਾਂ ਹੀ ਸੀ ਜੀ ਤੇ ਹੁਣ ਤੁਸੀਂ ਦੇਖੋ ਤੇ ਪੈਰੈਂਟ ਆ ਕੇ ਕਹਿਣਗੇ ਦੱਸ ਵੀ ਕਿਹੜਾ ਟੀਚਰ ਹੈ ਤੇਰਾ ਲਿਆ ਮੈਂ ਗੱਲ ਕਰਾਂ ਆ ਗਿਆ ਨਾ ਫਰਕ ਬੱਚੇ ਨੇ ਕਹਿਣਾ ਲੈ ਮੈਨੂੰ ਤੇ ਕੋਈ ਫਰਕ ਹੀ ਨਹੀਂ ਪੈਂਦਾ ਮੇਰੇ ਪੇਰੈਂਟਸ ਹੈਗੇ ਨੇ ਜੇ ਤੁਸੀਂ ਉਹਨੂੰ ਝਿੜਕਦੇ ਹੋ ਕਹੇਗਾ ਮੇਰੇ ਘਰ ਫੋਨ ਕਰੋ ਕਰਾਓ ਗੱਲ ਜੀ। ਇਸ ਤਰ੍ਹਾਂ ਦੇ ਐਡਮੈਂਟ ਬੱਚੇ ਕਿਉਂ ਹੈ ਕਿਉਂਕਿ ਥੋੜਾ ਜਿਹਾ ਪੇਰੈਂਟਸ ਦੇ ਨਜ਼ਰੀਏ 'ਚ ਵੀ ਟੀਚਰ ਦੇ ਬਾਰੇ ਫਰਕ ਆਇਆ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਪ੍ਰੋਗਰਾਮ ਸਾਡਾ ਗੱਲਾਂ ਤੇ ਗੀਤ ਹੈ ਤੇ ਆਓ ਫਿਰ ਦੇਖਦੇ ਹਾਂ ਜੀ ਇਹ ਗੀਤ। ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਤੂੰ ਚੜ੍ਹ ਕੇ ਉਹ ਆਕਾਸ਼ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਖੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ
ही बिल्लियां मियाओ सानू कहंदियां उंगली फड़ाई जदों पहुंचा फड़ लैंदियां साडियां ही बिल्लियां मियाओ सानू कहंदियां उंगली फड़ाई जदों पहुंचा फड़ लैंदियां बारों मिठियां ते अंदरों खटास बारों मिठियां ते अंदरों खटास हुण तैनू की आखां खेल कमा के तैनू पास हुण तैनू की आखां खेल कमा के तैनू पास हुण तैनू की आखां तेरे कोल तानपुरे साडे कोल खंजरी किन्ना चिर वेखांगे कलोल करू कंजरी तेरे कोल तानपुरे साडे कोल खंजरी किन्ना चिर वेखांगे कलोल करू कंजरी कदे भुल्ली गए ना अपनी औकात कदे भुल्ली गए ना अपनी औकात हुण तैनू की आखां खेल कमा के तैनू पास हुण तैनू की आखां खेल कमा के तैनू पास हुण तैनू की आखां जट्टी आया आई ते सुहागे उत्ते मान नहीं लंघ जावे हाथी नहीं ते पूछ दिंदा जान नहीं जट्टी आया आई ते सुहागे उत्ते मान नहीं लंघ जावे हाथी नहीं ते पूछ दिंदा जान नहीं असी हुन्ने आ गुरां दे दास असी हुन्ने आ गुरां दे दास हुण तैनू की आखां खेल कमा के तैनू पास हुण तैनू की आखां खेल कमा के तैनू पास हुण तैनू की आखां ਸਾਡੇ ਕੋਲ ਜਿਹੜੇ ਖਾਸ ਮਹਿਮਾਨ ਪਹੁੰਚੇ ਨੇ ਉਹ ਨੇ ਜੀ ਮਿਸਿਸ ਸਿਮਰਤ ਗਗਨ ਜੀ ਜੋ ਕਿ ਇੱਕ ਅਧਿਆਪਕਾ ਨੇ ਔਰ ਕਵਿਤਰੀ ਨੇ ਬੱਚਿਆਂ ਤੇ ਵਿਦਿਆਰਥੀਆਂ ਦੇ ਵਿੱਚ ਅੱਜ ਕਮਿਊਨੀਕੇਸ਼ਨ ਗੈਪ ਜਿਹੜਾ ਹੈ ਉਹ ਵੀ ਕਾਫੀ ਪੈ ਰਿਹਾ ਹੈ ਇਸ ਨੂੰ ਆਪਾਂ ਕਿਵੇਂ ਘਟਾ ਸਕਦੇ ਹਾਂ ਔਰ ਕਿੰਨਾ ਕੁ ਜ਼ਰੂਰੀ ਹੈ ਆਪਸੀ ਤਾਲਮੇਲ ਹੋਣਾ ਕਿਉਂਕਿ ਆਨਲਾਈਨ ਪੜ੍ਹਾਈ ਦਾ ਜਿੱਦਾਂ ਤੁਸੀਂ ਦੱਸਿਆ ਕਿ ਦੌਰ ਹੁਣੇ ਖਤਮ ਹੋ ਕੇ ਹਟਿਆ ਹੈ ਤੇ ਬੱਚਾ ਜਿਹੜਾ ਹੈ ਫੇਸ ਟੂ ਫੇਸ ਟੀਚਰ ਨੂੰ ਬਹੁਤ ਘੱਟ ਮਿਲਿਆ ਤੇ ਉਹ ਕਿੰਨਾ ਕੁ ਜ਼ਰੂਰੀ ਹੈ ਸਾਨੂੰ ਦੱਸੋ ਕਮਿਊਨੀਕੇਸ਼ਨ ਗੈਪ ਗੱਲਬਾਤ ਦਾ ਦੌਰ ਬੜੇ ਦੇਰ ਤੋਂ ਇਸ ਕਰਕੇ ਖਤਮ ਹੋਇਆ ਕਿ ਉਹੀ ਸਾਡੇ ਹੱਥ 'ਚ ਗੈਜਟਸ ਆ ਗਈਆਂ ਜੀ ਹੈ ਨਾ ਉਸ ਤੋਂ ਤੁਹਾਨੂੰ ਯਾਦ ਹੋਏਗਾ ਉਸ ਤੋਂ ਪਹਿਲਾਂ ਫੋਨ ਤੋਂ ਪਹਿਲਾਂ ਸਾਡੇ ਹੱਥ ਦੇ ਵਿੱਚ ਇੱਕ ਨਾ ਛੋਟੀ ਜਿਹੀ ਵੀਡੀਓ ਗੇਮ ਆਈ ਸੀ ਉਸ ਤੋਂ ਵੀ ਪਹਿਲਾਂ ਇੱਕ ਗੇਮ ਆਈ ਸੀ ਜਿਸ 'ਚ ਉਹ ਦਬਾਉਂਦੇ ਸੀ ਤੇ ਬੁਲਬੁਲੇ ਨਿਕਲਦੇ ਸੀ ਤੇ ਉਹ ਸਪ੍ਰਿੰਗਸ ਜਿਹੜੇ ਨੇ ਉਹਦੇ 'ਚ ਪੈਂਦੇ ਸੀ ਜੀ ਜੀ ਜਦੋਂ ਤੂੰ ਬੱਚਿਆਂ ਦੇ ਹੱਥ ਵਿੱਚ ਕਿਤਾਬਾਂ ਤੋਂ ਇਲਾਵਾ ਤੇ ਕੰਨਾਂ 'ਚ ਕਹਾਣੀਆਂ ਤੋਂ ਇਲਾਵਾ ਚੀਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ ਤੇ ਉਹ ਕਮਿਊਨੀਕੇਸ਼ਨ ਗੈਪ ਜਿਹੜਾ ਉਹ ਵੱਧਦਾ ਗਿਆ ਪੇਰੈਂਟਸ ਵਿੱਚ ਵੀ ਤੇ ਬੱਚਿਆਂ ਦੇ ਵਿੱਚ ਵੀ ਹੌਲੀ ਹੌਲੀ ਵੀਡੀਓ ਗੇਮ ਤੇ ਆਏ ਵੀਡੀਓ ਗੇਮ ਤੋਂ ਫਿਰ ਉਹ ਮੋਬਾਈਲ ਤੇ ਆ ਗਏ ਤੇ ਉਹਨਾਂ ਨੂੰ ਲੱਗਦਾ ਕਿ ਜੋ ਚੀਜ਼ਾਂ ਮਤਲਬ ਅਸੀਂ ਗੱਲਾਂ ਕਰਨਾ ਚਾਹੁੰਦੇ ਆ ਪੇਰੈਂਟਸ ਉਹ ਨਹੀਂ ਕਰਦੇ ਪੇਰੈਂਟਸ ਕਈ ਜਗ੍ਹਾ ਤੇ ਦੋਵੇਂ ਨੌਕਰੀ ਪੇਸ਼ਾ ਪੇਰੈਂਟਸ ਨੇ ਤੇ ਕਈ ਵਾਰੀ ਬੱਚੇ ਮੇਟਸ ਕੋਲ ਵੀ ਹੁੰਦੇ ਨੇ ਫੋਨ ਉਹਨਾਂ ਦੇ ਕੋਲ ਹੁੰਦਾ ਤੇ ਉਹ ਦੱਸੋ ਮੈਨੂੰ ਉਹ ਗੱਲਬਾਤ ਜਦੋਂ ਕਰਨਾ ਚਾਹੇਗਾ ਤੇ ਉਹ ਕਿੱਥੇ ਕਰੇਗਾ ਕੰਧਾਂ ਦੀਵਾਰਾਂ ਨਾਲ ਤੇ ਨਹੀਂ ਕਰੇਗਾ ਨਾ ਨਹੀਂ ਕਰੇਗਾ ਇਸ ਕਰਕੇ ਉਹ ਕਮਿਊਨੀਕੇਸ਼ਨ ਗੈਪ ਪਹਿਲਾਂ ਉੱਥੋਂ ਸ਼ੁਰੂ ਹੋ ਗਿਆ ਜੀ ਤੇ ਜਦੋਂ ਉਹਦੇ ਹੱਥ ਵਿੱਚ ਫੋਨ ਆਇਆ ਉਦੋਂ ਬਿਲਕੁਲ ਹੀ ਉਹ ਚੀਜ਼ ਖਤਮ ਹੋ ਗਈ ਉਹ ਕੰਨ 'ਚ ਹੈੱਡਫੋਨ ਲਗਾ ਕੇ ਆਪਣੀ ਉਹ ਕੱਲੇ ਨੱਚ ਵੀ ਰਹੇ ਨੇ ਗਾ ਵੀ ਰਹੇ ਨੇ ਤੇ ਉਹ ਆਪਣੇ ਦੋਸਤਾਂ ਦੇ ਨਾਲ ਕਾਨਫਰੈਂਸਿੰਗ ਤੇ ਨੇ ਗੱਲਬਾਤ ਕਰ ਰਹੇ ਨੇ ਤੇ ਉਹ ਫਿਰ ਜਿਹੜੀ ਜ਼ਰੂਰਤ ਸੀ ਮਾਂ-ਬਾਪ ਦੇ ਨਾਲ ਗੱਲਬਾਤ ਕਰਨ ਦੀ ਜਾਂ ਮਾਂ-ਬਾਪ ਨੂੰ ਜ਼ਰੂਰਤ ਸੀ ਉਹ ਜਿਹੜਾ ਉਹਦੇ ਵਿੱਚ ਗੈਪ ਆਣਾ ਸ਼ੁਰੂ ਹੋ ਗਿਆ ਜੀ ਤੇ ਗੱਲਬਾਤ ਦੇ ਨਾ ਹੋਵੇ ਤੇ ਤੁਹਾਨੂੰ ਪਤਾ ਗੱਲਬਾਤ ਕਰਨਾ ਸਾਡੀ ਜਿਹੜਾ ਆਚਰਣ ਦਾ ਸਭ ਤੋਂ ਪਹਿਲਾ ਇੱਕ ਨੁਕਤਾ ਹੈ ਜਿਹਦੇ ਨਾਲ ਨਿਖਾਰ ਆਉਂਦਾ ਹੈ ਜੀ ਔਰ ਆਪਾਂ ਦੇਖਦੇ ਹਾਂ ਆਪਣੇ ਸਮਾਜ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਕਈ ਗਲਤ ਕੰਮ ਯਾਨੀ ਕਿ ਕ੍ਰਾਈਮ ਕਰ ਬੈਠਦੇ ਆ ਜਾਂ ਫਿਰ ਨਸ਼ਿਆਂ ਵੱਲ ਜਾ ਰਹੇ ਆ ਉਸ ਸਮੇਂ ਇੱਕ ਅਧਿਆਪਕ ਦਾ ਕੀ ਫਰਜ਼ ਬਣਦਾ ਹੈ ਕਿਸ ਤਰ੍ਹਾਂ ਬੱਚੇ ਨੂੰ ਸਮਝਾਉਣਾ ਹੈ ਕਿਸ ਤਰ੍ਹਾਂ ਸਹੀ ਰਸਤੇ ਪਾਉਣਾ ਹੈ ਦੇਖੋ ਬੱਚਾ ਤੇ ਇੱਕ ਛੋਟੇ ਜਿਹੇ ਸੈਪਲਿੰਗ ਬੂਟੇ ਦੇ ਬਰਾਬਰ ਹੈ ਨਾ ਸਪੋਜ਼ ਅਸੀਂ ਬੂਟਾ ਲਾਇਆ ਕਿਤੇ ਬੀਜ ਸੁੱਟਿਆ ਬੂਟਾ ਲਗਾਇਆ ਬੂਟਾ ਆ ਵੀ ਗਿਆ ਧਰਤੀ ਨੇ ਉਹਨੂੰ ਥੋੜਾ ਜ਼ਮੀਨ ਚੋਂ ਕੱਢ ਵੀ ਦਿੱਤਾ ਪਰ ਜੇ ਅਸੀਂ ਉਹਦਾ ਖਿਆਲ ਹੀ ਨਹੀਂ ਕੀਤਾ ਤੇ ਝੱਖੜਾਂ ਨੇ ਹਨੇਰੀਆਂ ਨੇ ਤੇ ਉਹਨੂੰ ਖਤਮ ਹੀ ਕਰਨਾ ਕੋਸ਼ਿਸ਼ ਕਰੇਗਾ ਉਹ ਜੀ ਕਿ ਮੈਂ ਪਲਣਾ ਪਰ ਝੱਖੜਾਂ ਹਨੇਰੀਆਂ ਨੇ ਉਹਨੂੰ ਬਰਬਾਦ ਕਰ ਦੇਣਾ ਹੈ ਨਾ ਐਸੇ ਤਰ੍ਹਾਂ ਹੀ ਬੱਚੇ ਆ ਬੱਚਿਆਂ ਨੂੰ ਅਸੀਂ ਪੈਦਾ ਤੇ ਕੀਤਾ ਹੈ ਪਰ ਜੇ ਬੱਚਿਆਂ ਨੂੰ ਅਸੀਂ ਸਹੀ ਸਮਾਂ ਵਕਤ ਨਹੀਂ ਦੇ ਪਾਏ
ਤੇ ਬੱਚਿਆਂ ਨੇ ਬਾਹਰ ਵੱਲ ਮੂੰਹ ਕਰਨਾ ਹੈ। ਹੂੰ ਘਰ ਚੋਂ ਪਿਆਰ ਨਹੀਂ ਮਿਲੇਗਾ ਤੇ ਬੱਚਿਆਂ ਨੇ ਬਾਹਰ ਲੱਭਣਾ ਹੈ, ਜੀ। ਹੈ ਨਾ। ਤੇ ਜਦੋਂ ਉਹ ਬਾਹਰ ਲੱਭਣਗੇ ਤੇ ਬਾਹਰ ਚੰਗਾ ਵੀ ਹੈ ਤੇ ਮਾੜਾ ਵੀ ਹੈ। ਹੂੰ ਦੋ ਬੂਹੇ ਖੁੱਲਦੇ ਨੇ ਤੇ ਮਾੜਾ ਤੁਹਾਨੂੰ ਪਤਾ ਪਹਿਲਾਂ ਖੁੱਲਦਾ ਜੀ। ਚੰਗੇ ਲਈ ਥੋੜੀ ਮੁਸ਼ਕਲ ਕਰਨੀ ਪੈਂਦੀ, ਮਾੜਾ ਤੇ ਬਿਨਾਂ ਠੋਕਰ ਤੋਂ ਖੁੱਲ ਜਾਂਦਾ। ਬਿਲਕੁਲ। ਤੇ ਉਹ ਫਿਰ ਬੱਚੇ ਜਿਹੜੇ ਨੇ ਉਹ ਗਲਤ ਹੱਥਾਂ 'ਚ ਪੈ ਜਾਂਦੇ ਨੇ। ਹੂੰ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬੱਚੇ ਮਾੜੀਆਂ ਸੰਗਤ ਵੱਲ ਜਾ ਰਹੇ ਨੇ, ਉਹਦਾ ਕਾਰਨ ਵੀ ਇਹੀ ਹੈ ਜੀ। ਕਿ ਸਭ ਤੋਂ ਪਹਿਲਾਂ ਸਾਨੂੰ ਇੱਕ ਚੰਗਾ ਘਰ ਤੇ ਇੱਕ ਚੰਗਾ ਵਿਦਿਅਕ ਮਾਹੌਲ ਬੱਚੇ ਨੂੰ ਦੇਣਾ ਬਹੁਤ ਜ਼ਰੂਰੀ ਹੈ, ਜੀ। ਤਾਂ ਕਿ ਉਹਦੇ ਵਿੱਚੋਂ ਸਾਰੀਆਂ ਕਦਰਾਂ ਕੀਮਤਾਂ ਅਸੀਂ ਪਾ ਸਕੀਏ। ਜੀ। ਤੇ ਅੱਜ ਆਪਾਂ ਦੇਖਦੇ ਹਾਂ ਅਧਿਆਪਕਾਂ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਜ਼ੁਬਾਨ ਤੇ ਇਹ ਗੱਲ ਹੁੰਦੀ ਹੈ ਕਿ ਅੱਜ ਵਿਦਿਆਰਥੀ ਵੀ ਪਹਿਲਾਂ ਵਰਗੇ ਨਹੀਂ ਰਹੇ। ਇਹਦੇ ਪਿੱਛੇ ਕੀ ਰਾਜ਼ ਹੈ, ਕੀ ਕਾਰਨ ਨੇ ਕਿ ਵਿਦਿਆਰਥੀ ਵੀ ਅੱਜ ਪਹਿਲਾਂ ਵਰਗੇ ਨਹੀਂ ਰਹੇ? ਉਹੀ ਗੱਲ ਅਸੀਂ ਜਿਸ ਤਰ੍ਹਾਂ ਪਹਿਲਾਂ ਸ਼ੁਰੂ ਚ ਕਹੀ ਕਿ ਵਿਦਿਆਰਥੀ ਪਹਿਲਾਂ ਵਰਗੇ, ਉਹੀ ਜ਼ਬਤ ਦੀ ਗੱਲ ਆ ਗਈ। ਪਹਿਲੇ ਵਿਦਿਆਰਥੀ ਸਭ ਕੁਝ ਸਹਿੰਦਾ ਸੀ ਜੀ। ਹੁਣ ਜਿਵੇਂ ਲਾਲਾ ਲਾਜਪਤ ਆਪਣਾ ਸ਼ਾਸਤਰੀ ਜੀ ਦੀ ਗੱਲ ਕਰੀਏ, ਜੀ। ਉਹ ਸ਼ਾਸਤਰੀ ਜੀ ਪੜਨ ਜਾਂਦੇ ਸੀ ਤੇ ਪਹਿਲਾਂ ਤੁਰ ਕੇ ਜਾਂਦੇ ਸੀ, ਫਿਰ ਰਸਤੇ 'ਚ ਨਦੀ ਆਂਦੀ ਸੀ ਤੇ ਉਹ ਫੱਟੀ ਤੇ ਬਸਤਾ ਸਿਰ ਤੇ ਬੰਨ ਲੈਂਦੇ ਸੀ, ਨਦੀ ਪਾਰ ਕਰਦੇ ਸੀ ਤੇ ਫਿਰ ਉਹ ਪਹੁੰਚਦੇ ਸੀ। ਜੀ। ਲਾਲ ਬਹਾਦਰ ਸ਼ਾਸਤਰੀ ਜੀ ਤੇ ਉਹ ਵੀ ਸ਼ਿਸ਼ਯ ਸੀ। ਹੂੰ ਫਰਕ ਆ ਗਿਆ ਨਾ। ਉਹ ਕਿਉਂ ਆਇਆ ਫਰਕ? ਕਿਉਂਕਿ ਉਹ ਪਰਿਵਾਰ ਜਿਹੜੇ ਸਾਡੇ ਸੀ ਪਹਿਲਾਂ, ਉਹ ਬੱਚੇ ਨੂੰ ਇਹ ਗੱਲ ਸਮਝਾਉਂਦੇ ਸੀ ਜੀ ਕਿ ਤੈਨੂੰ ਗੁਰੂ ਬਿਨਾਂ ਗਤ ਨਹੀਂ। ਹੂੰ ਜੇ ਘਰੋਂ ਇਹ ਗੱਲ ਕਹਿ ਦਿੱਤੀ ਗਈ ਗੁਰੂ ਬਿਨਾਂ ਗਤ ਨਹੀਂ, ਤੇ ਬੱਚੇ ਦੇ ਦਿਮਾਗ 'ਚ ਬਹਿ ਜੀ। ਗਈ। ਅੱਜ ਕੱਲ ਕੀ ਹੈ, ਚੱਲ ਕੋਈ ਨਹੀਂ, ਉਹ ਫਲਾਣਾ ਚੰਗਾ ਨਹੀਂ ਪੜਾਉਂਦਾ ਤੇ ਅਸੀਂ ਸਕੂਲ ਚੇਂਜ ਕਰ ਲੈਂਦੇ ਹਾਂ। ਦੇਖੋ ਪੜਨ ਵਾਲੇ ਬੱਚੇ ਨੇ ਕਿਸੇ ਵੀ ਸਕੂਲ 'ਚ ਪੜ੍ਹ ਲੈਣਾ ਜੀ। ਇੱਕ ਪ੍ਰੈਸਟੀਜ ਇਸ਼ੂ ਅਸੀਂ ਬਣਾ ਲਿਆ ਨਾ, ਨਹੀਂ ਅਸੀਂ ਉੱਥੇ ਹੀ ਪਾਉਣਾ, ਉੱਥੇ ਹੀ ਪਾਉਣਾ। ਲੇਕਿਨ ਪੜਨ ਵਾਲੇ ਬੱਚੇ ਨੇ ਜਿੱਥੇ ਪੜ੍ਹਨਾ ਉਹਨੇ ਪੜ੍ਹ ਲੈਣਾ ਜੀ। ਉਹਦੇ ਨਾਲ ਇਹ ਨਹੀਂ, ਮਾਹੌਲ ਹੋਣਾ ਬੜਾ ਜ਼ਰੂਰੀ ਹੈ ਨਾ। ਇਸ ਕਰਕੇ ਫਰਕ ਆ ਗਿਆ ਕਿ ਬੱਚੇ ਜਿਹੜੇ ਅੱਜ ਕੱਲ ਦੇ ਉਹ ਵੀ ਸ਼ਾਰਟ ਟੈਂਪਰਡ ਹੋ ਗਏ ਨੇ। ਠੀਕ ਹੈ, ਜੇ ਮੈਨੂੰ ਸਮਝ ਨਹੀਂ ਆਉਂਦਾ ਇੱਥੋਂ ਤੇ ਮੈਨੂੰ ਉੱਥੇ ਆਪਟ ਕਰ ਦਿਓ, ਮੈਂ ਆਨਲਾਈਨ ਕਲਾਸ ਲਾ ਲੈਣਾ, ਮੈਨੂੰ ਟਿਊਸ਼ਨ ਤੋਂ ਨਹੀਂ ਸਮਝ ਆਉਂਦੀ, ਮੈਨੂੰ ਟੀਚਰ ਤੋਂ ਨਹੀਂ ਸਮਝ ਆਉਂਦੀ, ਤੇ ਪੇਰੈਂਟਸ ਵੀ ਸੁਣੀ ਜਾਂਦੇ। ਜਿੱਥੇ ਹੁਣ ਆਪਾਂ ਅਧਿਆਪਕ ਦੇ ਗੁਣਾਂ ਦੀ ਗੱਲ ਕੀਤੀ ਹੈ ਤੇ ਵਿਦਿਆਰਥੀ ਦੇ ਕਿਹੜੇ ਫਰਜ਼ ਬਣਦੇ ਨੇ ਅਧਿਆਪਕ ਪ੍ਰਤੀ? ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕਿਉਂਕਿ ਅੱਜ ਤੁਹਾਡੇ ਵੀ ਕਾਫੀ ਵਿਦਿਆਰਥੀ ਜਿਹੜੇ ਤੁਹਾਨੂੰ ਸੁਣ ਰਹੇ ਨੇ, ਕੀ ਗੁਣ ਹੋਣੇ ਚਾਹੀਦੇ ਵਿਦਿਆਰਥੀ ਦੇ ਵਿੱਚ? ਮੈਨੂੰ ਯਾਦ ਹੈ ਜਦੋਂ ਅਸੀਂ ਪੜ੍ਹਦੇ ਸੀ ਨਾ ਤੇ ਸਾਡੇ ਟੀਚਰ ਨੇ ਸਾਨੂੰ ਕਹਿਣਾ ਵੀ ਇੱਕ ਜਿਹੜਾ ਵਿਦਿਆਰਥੀ ਹੁੰਦਾ ਨਾ, ਉਹ ਇੱਕ ਬਲੌਟਿੰਗ ਪੇਪਰ ਦੀ ਤਰ੍ਹਾਂ ਹੁੰਦਾ ਹੈ ਨਾ ਜੀ, ਸਪੌਂਜ ਦੀ ਤਰ੍ਹਾਂ ਹੁੰਦਾ, ਤੇ ਜਿਹੜਾ ਟੀਚਰ ਹੁੰਦਾ ਉਹ ਵਗਦਾ ਪਾਣੀ ਹੈ ਨਾ। ਸੋ ਆਪਣੇ ਆਪਣੇ ਹਿੱਸੇ ਦਾ ਸਾਰਾ ਅਬਜ਼ੌਰਬ ਉਹ ਲੈ ਲੈਂਦੇ ਆ ਜੀ। ਤਾਂ ਉਦੋਂ ਅਸੀਂ ਇਹ ਗੱਲ ਸਮਝ ਗਏ। ਸਾਡੀਆਂ ਸਾਡੇ ਜਿਹੜੇ ਬਿਲਡ ਅਪ ਸੀਗੀ ਉਹ ਇਸ ਤਰ੍ਹਾਂ ਦੀ ਸੀ ਕਿ ਗੁਰੂ ਨੇ ਜੋ ਕਿਹਾ ਉਹ ਹੀ ਜਿਹੜਾ ਰਸਤਾ ਉਹਨੇ ਹੀ ਦਿਖਾਉਣਾ ਜੀ। ਤੇ ਹੁਣ ਦੇ ਪੇਰੈਂਟਸ ਜਿਹੜੇ ਨੇ ਉਹ ਇਹ ਗੱਲ ਬੱਚੇ ਨੂੰ ਨਹੀਂ ਕਹਿੰਦੇ। ਉਹ ਨਹੀਂ ਕਹਿੰਦੇ, ਉਹ ਕਹਿੰਦੇ ਆ ਵੀ ਠੀਕ ਹੈ, ਤੂੰ ਅਸੀਂ ਫੀਸ ਦੇ ਰਹੇ ਹਾਂ ਤੇ ਅਸੀਂ ਕੋਈ ਫ੍ਰੀ ਥੋੜੀ ਪੜ੍ਹਾ ਰਹੇ ਹਾਂ, ਅਸੀਂ ਫੀਸ ਦੇ ਰਹੇ ਹਾਂ, ਪੜ੍ਹੋ ਤੁਸੀਂ ਜਾ ਕੇ, ਤੇ ਜੇ ਨਹੀਂ ਚੰਗਾ ਲੱਗਦਾ ਤੇ ਸਾਨੂੰ ਦੱਸੋ। ਰਾਦਰ ਇਹ ਕਹਿਣ ਦੀ ਬਜਾਏ ਕਿ ਟੀਚਰ ਜਿਹੜਾ ਉਹ ਇੱਕ ਵਾਰੀ ਵੀ ਦੱਸੇਗਾ, 10 ਵਾਰੀ ਵੀ ਦੱਸੇਗਾ, 20 ਵਾਰੀ ਵੀ ਦੱਸੇਗਾ ਜੀ। ਜਦੋਂ ਬੱਚੇ ਦੇ ਅੰਦਰ ਅਰਜ ਨਹੀਂ ਨਾ ਹੋਏਗੀ ਸਿੱਖਣ ਦੀ, ਉਨੀ ਦੇਰ ਤੱਕ ਗੱਲ ਨਹੀਂ ਬਣਨੀ ਜੀ। ਔਰ ਜਿਹੜਾ ਨੇੜਤਾ ਆ ਘਟਦੀ ਜਾ ਰਹੀ ਹੈ, ਇਹ ਬੱਚੇ ਤੇ ਵਿਦਿਆਰਥੀ ਤੇ ਅਧਿਆਪਕ ਦੀ ਨੇੜਤਾ ਵਧਾਉਣ ਵਾਸਤੇ ਸਮਾਜ ਕੀ ਰੋਲ ਅਦਾ ਕਰਦਾ ਹੈ? ਇਸ ਬਾਰੇ ਸਾਨੂੰ ਦੱਸੋ। ਅਧਿਆਪਕ ਤੇ ਵਿਦਿਆਰਥੀ ਸਮਾਜ ਦਾ ਹੀ ਹਿੱਸਾ ਹੈ ਜੀ। ਅਸੀਂ ਰਲ ਕੇ ਸਮਾਜ ਬਣਾਉਂਦੇ ਹਾਂ, ਹੈ ਨਾ। ਸਮਾਜ ਨੇ ਰੋਲ ਉਦੋਂ ਅਦਾ ਕਰਨਾ ਜਦੋਂ ਅਸੀਂ ਸਮਾਜ ਨੂੰ ਦੇਣਾ ਸ਼ੁਰੂ ਕੀਤਾ ਨਾ। ਅਸੀਂ ਸਮਾਜ ਨੂੰ ਦਵਾਂਗੇ ਕੁਛ ਜੀ ਤੇ ਸਮਾਜ ਉਹ ਸਾਨੂੰ ਵਾਪਸ ਦੇਗਾ। ਤੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਅਧਿਆਪਕ ਦਾ ਇਹ ਆਉਂਦਾ ਹੈ ਕਿ ਉਹ ਅੱਜ ਦੇ ਵਿਦਿਆਰਥੀ ਦੀ ਸੋਚ ਦੇ ਬਰਾਬਰ ਖੜਾ ਹੋ ਕੇ ਫਿਰ ਉਹਦੇ ਨਾਲ ਬਿਹੇਵ ਕਰੇ। ਕਿਉਂਕਿ ਕਈ ਜਗ੍ਹਾ ਤੇ ਗੱਲਬਾਤ ਜਿਹੜੀ ਬੜੀ ਜ਼ਰੂਰੀ ਹੁੰਦੀ ਹੈ। ਕੋਈ ਬੱਚਾ ਬਿਲਕੁਲ ਚੁੱਪ ਹੈ ਕਲਾਸ 'ਚ, ਇੱਕ ਵਾਰੀ ਅਧਿਆਪਕ ਨੇ ਵੇਖਿਆ, 2 ਵਾਰੀ ਵੇਖਿਆ, ਤੀਸਰੀ ਵਾਰੀ ਅਧਿਆਪਕ ਨੂੰ ਪੁੱਛਣਾ ਚਾਹੀਦਾ ਕਿ ਬੱਚੇ ਤੂੰ ਕਿਉਂ ਨਹੀਂ ਬੋਲਦਾ, ਤੂੰ ਖੜਾ ਹੋ ਕੇ ਗੱਲ ਕਿਉਂ ਨਹੀਂ ਕਰਦਾ। ਇਹ ਨਾ ਹੋਵੇ ਕਿ ਬੱਚਾ ਵੀ ਕਵੇ ਵੀ ਮੈਨੂੰ ਕਿਹੜਾ ਕੋਈ ਪੁੱਛਦਾ, ਹੈ ਨਾ। ਟੀਚਰ ਨੂੰ 8 ਘੰਟੇ ਲਈ ਟੀਚਰ ਮਾਂ ਪਿਓ ਹੈ ਸਕੂਲ 'ਚ ਉਹਦਾ, ਬਾਕੀ ਦਿਨ ਤੇ ਉਹ ਪੇਰੈਂਟਸ ਕੋਲ ਰਹਿੰਦਾ ਨਾ। 8 ਘੰਟੇ ਲਈ ਜੇ ਤੁਹਾਡੇ ਕੋਲੋਂ ਬੱਚਾ ਹੈ ਨਾ, ਤੁਸੀਂ ਉਹਦੇ ਮਾਂ ਪਿਓ ਬਣ ਜਾਓ, ਉਹਦੇ ਦੋਸਤ ਵੀ ਬਣ ਜਾਓ। ਇੱਥੇ ਕਾਉਂਸਲਿੰਗ ਕਿੰਨੀ ਕੁ ਜ਼ਰੂਰੀ ਹੈ ਮਾਂ-ਬਾਪ ਦੀ, ਬੱਚਿਆਂ ਦੀ ਤੇ ਸਮਾਜ ਦੀ? ਕਾਉਂਸਲਿੰਗ ਮੈਮ ਹਰ ਪੱਧਰ ਤੇ ਜ਼ਰੂਰੀ ਹੈ, ਬੱਚੇ ਦੀ ਵੀ ਤੇ ਮਾਂ-ਬਾਪ ਦੀ ਵੀ। ਪੈਰੈਂਟ ਟੀਚਰ ਮੀਟਿੰਗ ਕਿਉਂ ਕਰਾਉਂਦੇ ਨੇ? ਉਹਦਾ ਕਾਰਨ ਇਹੀ ਹੈ ਕਿ ਬੱਚੇ ਕਿਸੇ ਸਪੈਸ਼ਲ ਇੱਕ ਖਾਸ ਬੱਚੇ ਦੀ ਕੋਈ ਖਾਸ ਪ੍ਰੋਬਲਮ ਹੈ ਤੇ ਪੇਰੈਂਟਸ ਨਾਲ ਗੱਲ ਕੀਤੀ ਜਾਵੇ। ਉਹਨੂੰ ਜੇ ਉਸ ਦਿਨ ਨਹੀਂ ਉਹ ਤੇ ਵੱਖਰਾ ਬੁਲਾ ਕੇ ਗੱਲ ਕੀਤੀ ਜਾਵੇ, ਹੈ ਨਾ। ਇਸੇ ਤਰ੍ਹਾਂ ਹੀ
ਬੱਚਿਆਂ ਦੇ ਨਾਲ ਹੈ ਕਿ ਜੇ ਬੱਚਾ ਤੁਹਾਡੀ ਗੱਲ ਨਹੀਂ ਸੁਣ ਰਿਹਾ, ਥੋੜਾ ਐਡਮੈਂਟ ਹੈ, ਗੁੱਸੈਲ ਹੈ, ਥੋੜਾ ਲੜਾਕੇ ਸੁਭਾਅ ਦਾ, ਤੁਹਾਨੂੰ ਕੁਝ ਨਹੀਂ ਸਮਝ ਰਿਹਾ, ਉਹਨੂੰ ਜਰਾ ਵੱਖਰਾ ਟਾਈਮ ਦਿਓ। ਜੀ ਸਟ੍ਰੋਕਸ ਵੱਖਰੀ ਤਰ੍ਹਾਂ ਦੀਆਂ ਦਿਓ ਤਾਂ ਕਿ ਬੱਚਾ ਜਿਹੜਾ ਉਹ ਤੁਹਾਡੇ ਨਾਲ ਖੁੱਲ ਕੇ ਗੱਲ ਕਰ ਪਾਏ। ਜੀ ਇਹ ਨਹੀਂ ਕਿ ਬਦਤਮੀਜ਼ ਹੈ ਤੇ ਤੂੰ ਬਦਤਮੀਜ਼ ਹੈ, ਤੂੰ ਬਦਤਮੀਜ਼ ਹੈ, ਨਹੀਂ, ਉਹ ਬਦਤਮੀਜ਼ ਨੂੰ ਜਰਾ ਗੱਲ ਕਰਕੇ 2 ਮਿੰਟ ਵੇਖੋ। ਜੀ ਕੀ ਪਤਾ ਗੱਲਬਾਤ ਦੇ ਦੌਰਾਨ ਉਹਦੇ ਉਹ ਮੁਖੌਟਾ ਲੱਥ ਜਾਵੇ ਤੇ ਵਿੱਚੋਂ ਕੋਈ ਕੋਮਲ ਜਿਹਾ ਫੁੱਲ ਨਿਕਲ ਆਵੇ। ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਐਕਸਪੀਰੀਅੰਸ ਹੋਇਆ? ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਬੱਚਾ ਆਇਆ? ਹਾਂ ਮੈਮ, ਸਾਡੇ ਕੋਲ ਤਾਂ ਇਹੋ ਜਿਹੇ ਬੱਚੇ ਆਉਂਦੇ ਨੇ ਕਿਉਂਕਿ ਤੁਸੀਂ ਦੇਖਿਆ ਨਾ ਜਿਹੜਾ ਇਹ ਕੋਵਿਡ ਦਾ ਦੌਰ ਲੰਘਿਆ ਹੈ ਤੇ ਬੱਚੇ ਆਏ ਨੇ ਜੀ ਉਹ ਥੋੜੇ ਐਡਮੈਂਟ, ਥੋੜੇ ਗੁੱਸੈਲ, ਸ਼ਾਰਟ ਟੈਂਪਰਡ ਨੇ, ਹੈ ਨਾ। ਤੇ ਉਹ ਸ਼ਾਰਟ ਟੈਂਪਰਡ ਬੱਚੇ ਜਿਹੜੇ ਨੇ, ਜਦੋਂ ਅਸੀਂ ਉਹਨਾਂ ਨੂੰ ਕਹੀ ਜਾਵਾਂਗੇ ਆਪ ਐਸੇ ਹੋ, ਆਪ ਐਸੇ ਹੋ, ਤੁਸੀਂ ਐਦਾਂ ਹੋ, ਗਲਤ ਹੈ, ਗਲਤ ਹੈ, ਗਲਤ ਹੈ, ਤੇ ਫਿਰ ਉਹ ਬੱਚਾ ਵੀ ਕਹੇਗਾ ਠੀਕ ਹੈ ਮੈਂ ਗਲਤ ਹਾਂ ਤੇ ਗਲਤੀ ਸਹੀ। ਇੱਥੇ ਆ ਕੇ ਅਸੀਂ ਗਲਤ ਹੋ ਜਾਂਦੇ ਹਾਂ। ਜੀ ਅਸੀਂ ਉਹਨੂੰ ਇੱਕ ਟੈਗ ਦੇਣ ਦੀ ਬਜਾਏ ਅਸੀਂ ਉਹਨੂੰ ਸਿਰਫ ਬੱਚੇ ਨੂੰ ਦੇਖੀਏ, ਉਹਦੀ ਕੋਮਲ ਰੂਹ ਨੂੰ ਦੇਖੀਏ, ਫਿਰ ਉਹਨਾਂ ਨਾਲ ਗੱਲਬਾਤ ਕਰੀਏ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਉਹਦੇ ਅੰਦਰ ਅਸਲ 'ਚ ਕੀ ਚੱਲ ਰਿਹਾ। ਜੀ ਅੱਜ ਦੇ ਸਮੇਂ ਦੇ ਵਿੱਚ ਕਿਹੋ ਜਿਹਾ ਰਿਸ਼ਤਾ ਅਧਿਆਪਕ ਤੇ ਵਿਦਿਆਰਥੀ ਦਾ ਹੈ ਔਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੁਹਾਡੇ ਨਜ਼ਰੀਏ ਦੇ ਨਾਲ? ਅੱਜ ਦੇ ਸਮੇਂ ਦੇ ਵਿੱਚ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਨਾ, ਵਿਦਿਆਰਥੀ ਬਹੁਤਾ ਚਾਹੁੰਦਾ ਕਿ ਅਧਿਆਪਕ ਮੇਰੇ ਨਾਲ ਦੋਸਤਾਂ ਵਾਂਗ ਰਹੇ। ਸਭ ਤੋਂ ਵੱਡੀ ਗੱਲ। ਹਾਂ ਜੀ, ਉਹ ਇਹ ਨਹੀਂ ਚਾਹੁੰਦਾ ਕਿ ਮੈਨੂੰ ਡਿਕਟੇਟ ਕਰੇ ਕੋਈ, ਰਾਦਰ ਉਹ ਆਪਣੇ ਪੈਰੈਂਟਸ ਤੋਂ ਵੀ ਨਹੀਂ ਚਾਹੁੰਦਾ ਕਿ ਮੈਨੂੰ ਇਹ ਡਿਕਟੇਟ ਕਰਨ ਵੀ ਐਦਾਂ ਨਹੀਂ ਕਰਨਾ। ਜੀ ਇਹ ਚੀਜ਼ ਤੇ ਬਿਲਕੁਲ ਵੀ ਨਹੀਂ ਹੈ। ਅੱਜ ਦਾ ਜਿਹੜਾ ਵਿਦਿਆਰਥੀ ਉਹ ਆਪਣਾ ਬੜਾ ਫਰੈਂਡਲੀ ਮਾਹੌਲ ਚਾਹੁੰਦਾ ਹੈ। ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਟੀਚਰ ਨੂੰ ਤਿਆਰ ਹੋ ਕੇ ਆਉਣਾ ਪੈਂਦਾ, ਪੈਨ ਡਰਾਈਵ 'ਚ ਲੈਸਨ ਪਲਾਨ ਪਾਇਆ, ਸਮਾਰਟ ਕਲਾਸਿਸ ਆ ਗਈਆਂ ਨੇ, ਪਹਿਲਾਂ ਉਹਦੀ ਅਟੈਂਸ਼ਨ ਲੈਣੀ ਪੈਂਦੀ ਟੀਚਰਸ ਨੂੰ 10 ਮਿੰਟ ਕਲਾਸ 'ਚ ਜਾ ਕੇ। ਜੀ ਉਸ ਤੋਂ ਬਾਅਦ ਕਿਤੇ ਉਹ ਤੁਹਾਡੀ ਗੱਲ ਸੁਣਦੇ ਆ। ਪਹਿਲਾਂ ਟਾਈਮ ਹੋਰ ਸੀ, ਅਧਿਆਪਕ ਨੇ ਕਲਾਸ 'ਚ ਪੈਰ ਰੱਖਿਆ, ਕਲਾਸ 'ਚ। ਹੁਣ ਨਹੀਂ ਹੈ। ਹੁਣ ਅਧਿਆਪਕ ਕਲਾਸ 'ਚ ਆ ਗਿਆ, ਕੋਈ ਫਰਕ ਨਹੀਂ ਹੈ। ਟੀਚਰ ਨੂੰ ਐਫਰਟ ਕਰਨਾ ਪੈਂਦਾ ਕਿ ਇਹ ਮੇਰੀ ਗੱਲ ਸੁਣਨ। ਉਹਦੇ ਵਾਸਤੇ ਉਹ ਘਰੋਂ ਤਿਆਰ ਹੋ ਕੇ ਆਉਂਦਾ ਪਹਿਲੇ ਕਿ ਮੈਨੂੰ ਇਹ ਫੇਸ ਕਰਨਾ ਪੈਣਾ, ਤੇ ਉਹ ਤਿਆਰ ਹੋ ਕੇ ਆਉਂਦਾ, ਫਿਰ ਉਹ ਗੱਲ ਸੁਣਦੇ ਨੇ। ਜੀ ਫਿਰ ਜਾ ਕੇ ਉਹ ਆਪਣੀ ਗੱਲ ਉਹਨਾਂ ਨੂੰ ਕਹਿ ਪਾਉਂਦਾ। ਕੀ ਕਾਰਨ ਸਮਝਦੇ ਹੋ ਇਹਦੇ ਪਿੱਛੇ? ਇਹਦੇ ਪਿੱਛੇ ਉਹੀ ਕਾਰਨ ਹੈ ਕਿ ਉਹਨਾਂ ਦੀ ਜਿਹੜੀ ਹੈ ਨਾ ਕੰਸੈਂਟਰੇਸ਼ਨ ਲੈਵਲ ਉਹ ਛੋਟਾ ਹੋ ਗਿਆ, ਸਪੈਨ ਛੋਟਾ ਹੋ ਗਿਆ। ਜੀ ਪਹਿਲੇ ਤੇ ਬੱਚੇ ਬਹਿੰਦੇ ਸੀ, ਯੋਗਾ ਅਭਿਆਸ ਕਰਾਏ ਜਾਂਦੇ ਸੀ, ਵੀ ਬੈਠੋ, ਬਹਿ ਜਾਂਦੇ ਸੀ। ਹੁਣ ਬੱਚਾ ਬਹਿੰਦਾ ਨਹੀਂ, ਹੁਣ ਉਹਨੂੰ ਬਿਠਾਉਣਾ ਪੈਂਦਾ। ਜੀ ਤੇ ਇਹਦਾ ਕਾਰਨ ਵੀ ਇਹੀ ਹੈ ਕਿ ਜਿਹੜੀਆਂ ਪਹਿਲੀਆਂ ਕਦਰਾਂ ਕੀਮਤਾਂ ਉਹ ਸਾਰੀਆਂ ਬਦਲਦੀਆਂ ਹੁਣ ਬਿਲਕੁਲ ਪਦਾਰਥਵਾਦੀ ਯੁੱਗ ਆ ਗਿਆ। ਅਸੀਂ ਵੀ ਹੋ ਗਏ ਹਾਂ ਤੇ ਬੱਚੇ ਵੀ ਹੋ ਗਏ ਨੇ, ਪਰ ਇਹਨੂੰ ਖਤਮ ਕਰਨ ਦੀ ਲੋੜ ਹੈ। ਇਸ ਵਾਸਤੇ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਜੀ ਸੋਸ਼ਲ ਮੀਡੀਆ ਅੱਜ ਕਹਿ ਲਓ ਕਿ ਸਭ ਤੋਂ ਉੱਪਰ ਆ ਸਾਰਿਆਂ ਵਾਸਤੇ, ਵਿਦਿਆਰਥੀਆਂ ਵਾਸਤੇ ਵੀ ਤੇ ਅਧਿਆਪਕਾਂ ਵਾਸਤੇ ਵੀ। ਸੋਸ਼ਲ ਮੀਡੀਆ ਹਰ ਕੋਈ ਯੂਜ਼ ਕਰਦਾ। ਕਿੰਨਾ ਕਿ ਇਹ ਹਾਵੀ ਹੋ ਰਿਹਾ ਹੈ ਅਧਿਆਪਕ ਤੇ ਵਿਦਿਆਰਥੀਆਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ? ਸੋਸ਼ਲ ਮੀਡੀਆ ਨੂੰ ਇੱਕ ਤਰ੍ਹਾਂ ਦਾ ਮੈਂ ਪ੍ਰਦੂਸ਼ਣ ਹੀ ਕਵਾਂਗੀ। ਜੀ ਪੋਲਿਊਸ਼ਨ ਕਵਾਂਗੀ ਇਹਨੂੰ। ਜਿਸ ਤਰ੍ਹਾਂ 에ਅਰ ਪੋਲਿਊਸ਼ਨ, ਹਵਾ ਦਾ ਪ੍ਰਦੂਸ਼ਣ ਹੈ, ਧਵਨੀ ਪ੍ਰਦੂਸ਼ਣ ਹੈ, ਪਾਣੀ ਦਾ ਹੈ ਨਾ, ਇਸੇ ਤਰ੍ਹਾਂ ਮੈਂ ਸੋਸ਼ਲ ਮੀਡੀਆ ਨੂੰ ਵੀ ਪ੍ਰਦੂਸ਼ਣ ਹੀ ਕਵਾਂਗੀ। ਜੀ ਦੋਨੋਂ ਐਸਪੈਕਟ ਹੈ ਇਹਦੇ। ਪੋਜ਼ਿਟਿਵ ਮੈਨੂੰ ਲੱਗਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਕਾਰਾਤਮਕ ਗੱਲਾਂ ਕਰਨ ਦੀ ਬਜਾਏ ਨਕਾਰਾਤਮਕ ਗੱਲਾਂ ਜ਼ਿਆਦਾ ਹੋ ਰਹੀਆਂ ਨੇ। ਜੀ ਰਾਦਰ ਕਈ ਵਾਰੀ ਅਸੀਂ ਵੀ ਡਰ ਜਾਂਦੇ ਹਾਂ ਬਿਲਕੁਲ ਕਿ ਅੱਜ ਬੱਚਾ ਇਸ ਤਰ੍ਹਾਂ ਗਿਆ ਤੇ ਇਹ ਘਟਨਾ ਹੋ ਗਈ ਹੈ ਤੇ ਕਿਤੇ ਰਾਤੋਂ ਰਾਤ ਉਹ ਬਦਲ ਕੇ ਬੱਚਾ ਕੋਈ ਹੋਰ ਬਣ ਕੇ ਨਾ ਆ ਜਾਏ। ਰਾਤੋਂ ਰਾਤ ਸੋਸ਼ਲ ਮੀਡੀਆ ਤੁਹਾਡੇ ਦਿਮਾਗ ਤੇ ਐਸਾ ਅਸਰ ਕਰਦਾ ਕਿ ਤੁਸੀਂ ਰਾਤੀ ਕੋਈ ਹੋਰ ਹੁੰਦੇ ਹੋ ਤੇ ਸਵੇਰੇ ਤੁਸੀਂ ਕੁਝ ਹੋਰ ਹੋ ਜਾਂਦੇ ਹੋ। ਜੀ ਇਸ ਚੀਜ਼ ਤੋਂ ਬਚਣ ਵਾਸਤੇ ਵੀ ਮੈਮ ਇਹਨੂੰ ਅਵੋਇਡ ਕਰਨਾ, ਮਤਲਬ ਇਹਦੀਆਂ ਰਾਈਟ ਯੂਜ਼ਸ ਇਜ਼ ਦਾ ਅਲਟੀਮੇਟ ਸੋਲੂਸ਼ਨ। ਜੀ ਇਹਦੀ ਜਿੰਨਾ ਅਸੀਂ ਅਵੋਇਡ ਕਰਾਂਗੇ ਨਾ ਓਨਾ ਹੀ ਚੰਗਾ ਹੈ। ਸੋਸ਼ਲ ਮੀਡੀਆ ਨੂੰ ਪੋਜ਼ਿਟਿਵ ਪੜ੍ਹਨ ਲਈ ਠੀਕ ਹੈ, ਪੜ੍ਹੋ, ਜੇ ਤੁਹਾਡੀ ਲਾਈਨ 'ਚ ਤੁਹਾਨੂੰ ਕੁਝ ਚਾਹੀਦਾ ਹੈ ਇਹਦੀ ਮਦਦ ਲਵੋ, ਲੇਕਿਨ ਜੇ ਤੁਸੀਂ ਦੂਸਰੇ ਪਾਸੇ ਤੁਰ ਪਏ ਹੋ ਤੇ ਇਹ ਤੁਹਾਨੂੰ ਜੀਣ ਨਹੀਂ ਦੇਗਾ। ਜੀ ਔਰ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਸਹਿਣਸ਼ੀਲਤਾ ਦੀ ਵੀ ਕਮੀ ਨਜ਼ਰ ਆਉਂਦੀ ਹੈ, ਚਾਹੇ ਉਹ ਅਧਿਆਪਕ ਹੈ ਜਾਂ ਵਿਦਿਆਰਥੀ ਹੈ ਜਾਂ ਮਾਂ-ਬਾਪ ਨੇ। ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਹੈ। ਹਾਂ ਬਿਲਕੁਲ, ਇਹਦਾ ਕਾਰਨ ਦੇਖੋ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ।
एनवायरनमेंट काउंट करदा, ਤੁਹਾਡੀਆਂ ਫੂਡ ਹੈਬਿਟਸ ਕਾਊਂਟ ਕਰਦੀਆਂ, ਤੁਹਾਡੀ ਰੂਟੀਨ ਕਾਊਂਟ ਕਰਦੀ ਹੈ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਸਾਰਾ ਕਿਸ ਤਰ੍ਹਾਂ ਬਿਤਾ ਰਹੇ ਹੋ, ਦਿਨਚਰਿਆ ਤੁਹਾਡੀ ਕੀ ਹੈ। ਹੁਣ ਦਿਨਚਰਿਆ ਵੀ ਬਦਲ ਗਈ, ਉੱਠਦਿਆਂ ਸਾਰੀ ਅਸੀਂ ਪਹਿਲੇ ਸਾਡੀਆਂ ਮਾਵਾਂ ਅਗਰਬੱਤੀ ਦਿਖਾਉਂਦੀਆਂ ਸੀ ਘਰ 'ਚ ਤੇ ਉੱਠ ਕੇ ਸਾਰੇ ਬੱਚੇ ਹੱਥ ਜੋੜਦੇ ਸੀ ਪਰਮਾਤਮਾ ਦੇ ਅੱਗੇ, ਤੇ ਹੁਣ ਉਹ ਚੀਜ਼ ਨਹੀਂ ਰਹੀ ਹੈ ਨਾ। ਮਾਵਾਂ ਵੀ ਇੱਕ ਦੌੜ 'ਚ ਸ਼ਾਮਿਲ ਨੇ, ਮਾਂ ਪਿਓ ਵੀ ਇੱਕ ਦੌੜ 'ਚ ਸ਼ਾਮਿਲ ਨੇ, ਤੇ ਉਸੇ ਦੌੜ 'ਚ ਹੌਲੀ ਹੌਲੀ ਬੱਚੇ ਵੀ ਉਹੀ ਰੇਸ ਨੂੰ ਅਡਾਪਟ ਕਰ ਰਹੇ ਨੇ ਜੀ। ਤੇ ਆ ਚੀਜ਼ਾਂ ਜਿਹੜੀਆਂ ਤੁਹਾਡੀ ਵੇ ਆਫ ਲਾਈਫ ਹੈ ਨਾ, ਰੂਟੀਨ, ਉਹ ਬਦਲ ਗਈ। ਸਵੇਰੇ ਉੱਠਦੇ ਹੀ ਤੁਸੀਂ ਫੋਨ ਤੇ ਸਭ ਤੋਂ ਪਹਿਲਾਂ ਆਪਣਾ WhatsApp ਤੇ ਸੋਸ਼ਲ ਮੀਡੀਆ ਤੇ ਹੀ ਜਾਂਦੇ ਹੋ ਜੀ। ਰਾਦਰ ਮੇਰੇ ਹਿਸਾਬ ਨਾਲ ਸਵੇਰੇ ਉੱਠ ਕੇ ਇਹਨੂੰ ਤੇ ਬਿਲਕੁਲ ਹੀ ਨਹੀਂ ਦੇਖਣਾ ਚਾਹੀਦਾ। ਇਹ ਚੀਜ਼ਾਂ ਜਿੰਨਾ ਚਿਰ ਅਸੀਂ ਨਹੀਂ ਨਾ ਲਿਆਵਾਂਗੇ ਆਪਣੀ ਲਾਈਫ 'ਚ, ਉਹਦੇ ਨਾਲ ਕੀ ਹੋਏਗਾ, ਦਿਨੋਂ ਦਿਨ ਹੋਰ ਕੰਮ ਖਰਾਬ ਹੁੰਦਾ ਜਾਏਗਾ। ਤੇ ਇਹਨੂੰ ਰੋਕਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਸਾਡਾ ਕਮਿਊਨੀਕੇਸ਼ਨ ਗੈਪ ਪੈ ਗਿਆ, ਤੇ ਜਿਹਦੇ 'ਚ ਕਾਉਂਸਲਿੰਗ ਜਿਹੜੀ ਸਾਡੀਆਂ ਉਹ ਪੇਰੈਂਟਸ ਦੀ, ਵਿਦਿਆਰਥੀਆਂ ਦੀ, ਸਭ ਦੀ ਜ਼ਰੂਰੀ ਹੈ ਜੀ। ਜਦੋਂ ਆਪਾਂ ਪੁਰਾਤਨ ਸਮੇਂ ਦੀ ਗੱਲ ਕਰਦੇ ਹਾਂ ਤੇ ਸੰਯੁਕਤ ਪਰਿਵਾਰ ਹੁੰਦੇ ਸੀ, ਹੁਣ ਜਿਹੜੇ ਗਹਿਰੇ ਪਰਿਵਾਰ ਵੱਧ ਰਹੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਹੈ ਕਿ ਸੰਯੁਕਤ ਪਰਿਵਾਰ ਵਿੱਚ ਸਮਝਾਉਣ ਵਾਲੇ ਬੱਚੇ ਨੂੰ ਬਹੁਤ ਸਾਰੇ ਸੀ, ਨੈਤਿਕ ਕਦਰਾਂ ਕੀਮਤਾਂ ਦੱਸਣ ਵਾਲੇ ਬਹੁਤ ਜਾਣੇ ਸੀ, ਪਰ ਅੱਜ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਕਿ ਮਾਵਾਂ ਨੂੰ ਦੀ ਵੀ ਦੌੜ ਲੱਗੀ ਆ, ਬਾਹਰ ਕੰਮ ਕਰਨ ਜਾਂਦੀਆਂ, ਬੱਚਿਆਂ ਵਾਸਤੇ ਬਿਲਕੁਲ ਸਮਾਂ ਨਹੀਂ ਹੈ, ਇਹ ਵੀ ਅਧਿਆਪਕ ਤੇ ਵਿਦਿਆਰਥੀ ਦੇ ਵਿੱਚ ਕਿਤੇ ਨਾ ਕਿਤੇ ਗੈਪ ਪੈਦਾ ਕਰ ਰਹੇ। ਸੰਯੁਕਤ ਪਰਿਵਾਰ, ਮੈਮ ਤੁਸੀਂ ਬੜੀ ਸੋਹਣੀ ਗੱਲ ਕਹੀ, ਇੱਕ ਬੜਾ ਆਪਣੀ ਤਰ੍ਹਾਂ ਦਾ ਇੱਕ ਸਕੂਲ ਹੁੰਦਾ ਸੀ ਜੀ, ਹੈ ਨਾ। ਬੱਚਾ ਦਾਦੀ ਕੋਲ ਜਾ ਰਿਹਾ, ਨਾਨੀ ਕੋਲ ਜਾ ਰਿਹਾ, ਚਾਚਾ, ਤਾਇਆ, ਮਾਸੀ, ਮਾਮੀ, ਬੱਚੇ ਨਾਨਕੇ ਜਾ ਰਹੇ ਛੁੱਟੀਆਂ ਮਨਾਉਣ। ਇਹ ਚੀਜ਼ਾਂ ਹੁਣ ਨਹੀਂ ਰਹੀਆਂ ਨਾ। ਹੁਣ ਬੱਚਿਆਂ ਕੋਲ ਨਾ ਨਾਨਕੇ ਨੇ, ਨਾ ਮਾਸੀਆਂ, ਤਾਈਆਂ, ਇੱਕ ਬੱਚਾ ਹੈ, ਕੋਈ ਰਿਸ਼ਤੇ ਵੀ ਉਹੋ ਜਿਹੇ ਨਹੀਂ ਰਹੇ। ਮੈਨੂੰ ਯਾਦ ਹੈ ਅਸੀਂ ਜਾਂਦੇ ਸੀ ਨਾਨਕੇ ਤੇ ਸਾਡੀ ਛੱਤ ਤੇ 10 ਮੰਜੀਆਂ ਇਕੱਠੀਆਂ ਲੱਗਦੀਆਂ ਸੀ ਰਾਤ ਨੂੰ ਜੀ। ਉਹ ਕਲਚਰ ਕਿੱਥੇ, ਅਸੀਂ ਤੇ ਤਾਰਿਆਂ ਵਾਲਾ ਅਸਮਾਨ ਦੇਖਿਆ ਨਾ, ਬੱਚਿਆਂ ਨੇ ਹੁਣ ਅਪਾਰਟਮੈਂਟਸ 'ਚ ਜਾਂ ਕਿੱਥੇ ਦੇਖਿਆ। ਉਹ AC ਆ ਗਏ ਨੇ, ਉਹ ਕਮਰਿਆਂ 'ਚ ਬੰਦ ਨੇ, ਕਮਰਿਆਂ 'ਚੋਂ ਨਿਕਲ ਕੇ ਕਮਰਿਆਂ 'ਚ ਜਾਂਦੇ ਆ। 5 ਸਟਾਰ ਸਕੂਲਸ ਨੇ ਤੇ ਕਮਰਿਆਂ 'ਚੋਂ ਨਿਕਲ ਕੇ ਕਮਰਿਆਂ 'ਚ ਹੀ ਆ ਜਾਂਦੇ, ਆਨਲਾਈਨ ਗੇਮਸ ਖੇਲਦੇ ਨੇ ਜੀ। ਦਾਦੀ ਨਾਨੀ ਦੀਆਂ ਬਾਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਿਆਵਾਂ ਮਿਲਦੀਆਂ ਸੀ। ਤੋਂ ਇੰਨੀਆਂ ਕੋ ਜ਼ਿਆਦਾ ਬੱਚਾ ਇਨਡਾਇਰੈਕਟਲੀ ਸਿੱਖ ਜਾਂਦਾ ਸੀ ਕਿ ਉਹਨੂੰ ਕੋਈ ਸਕੂਲ ਵੀ ਨਹੀਂ ਸੀ ਉਹ ਚੀਜ਼ ਸਿਖਾ ਪਾਉਂਦਾ ਜੀ, ਹੈ ਨਾ। ਸੋ ਇਹ ਬੜਾ ਜ਼ਰੂਰੀ ਹੈ। ਅੱਜ ਕੱਲ੍ਹ ਦਾ ਜਿਹੜਾ ਇੱਕ ਨਿਊਕਲੀਅਰ ਫੈਮਿਲੀ ਹੈ, ਉਹਨੇ ਬੱਚਿਆਂ ਦੀ ਸ਼ਖਸੀਅਤ ਦੇ ਉੱਤੇ ਬੜਾ ਅਸਰ ਪਾਇਆ ਜੀ। ਤੁਹਾਨੂੰ ਦੱਸਿਆ ਨਾ, ਮਾਂ ਬਾਪ ਤੇ ਹੁੰਦੇ ਨਹੀਂ, ਮੇਡਸ ਹੁੰਦੀਆਂ ਘਰ 'ਚ, ਤੇ ਕੀ ਪਤਾ ਮੇਡ ਕਿਹੜੀ ਸਰਾਊਂਡਿੰਗਸ ਤੋਂ ਆ ਰਹੀ ਹੈ, ਉਹ ਕਿਸ ਤਰ੍ਹਾਂ ਬਿਹੇਵ ਕਰ ਰਹੀ ਹੈ ਬੱਚੇ ਦੇ ਨਾਲ। ਹੁਣ ਅਸੀਂ ਕੈਮਰੇ ਵੀ ਲਵਾ ਲਏ ਘਰ 'ਚ ਕਿ ਦੇਖੀਏ ਭਲਾ ਬੱਚੇ ਨੂੰ ਕਿਸ ਤਰ੍ਹਾਂ ਸੰਭਾਲਦੀ ਹੈ, ਤੇ ਜਿਨ੍ਹਾਂ ਨੇ ਕੈਮਰੇ ਤੋਂ ਚੋਰੀ ਹੋ ਕੇ ਵੀ ਕਰਨਾ ਉਹਨਾਂ ਨੇ ਉਹ ਵੀ ਕਰ ਲੈਣਾ। ਬੱਚੇ ਸਾਡੇ ਅਨਸੇਫ ਹੱਥਾਂ 'ਚ ਨੇ, ਤੇ ਤੁਸੀਂ ਆਪੇ ਸੋਚੋ ਕਿ ਉਹਨਾਂ ਦੇ ਵਿੱਚ ਕਦਰਾਂ ਕੀਮਤਾਂ ਕਿਵੇਂ ਆ ਜਾਣਗੀਆਂ। ਇੱਕ ਇਕੱਲਾ ਅਧਿਆਪਕ ਵੀ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਉਹਨੂੰ ਪੂਰੀ ਪੇਰੈਂਟਸ ਦੀ ਸਪੋਰਟ ਉਹ ਨਹੀਂ ਨਾ ਹੋਵੇ ਜੀ। ਅਧਿਆਪਕ ਤੇ ਵਿਦਿਆਰਥੀ ਨੂੰ ਆਪਸ ਦੇ ਵਿੱਚ ਜੋੜਨ ਲਈ, ਯਾਨੀ ਕਿ ਆਪਸੀ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਨੇੜਤਾ ਲਿਆਉਣ ਵਾਸਤੇ ਸਾਨੂੰ ਕਿਹੜੇ-ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ? ਉਹਦਾ ਸਭ ਤੋਂ ਪਹਿਲਾ ਉਪਰਾਲਾ ਇਹੋ ਹੀ ਹੈ ਕਿ ਅਧਿਆਪਕ ਜਿਹੜਾ ਉਹ ਆਪਣੇ ਵਿਦਿਆਰਥੀ ਦੇ ਲੈਵਲ ਤੇ ਜਾ ਕੇ ਖੜਾ ਹੋ ਕੇ ਸੋਚੇ, ਕਿਉਂਕਿ ਅਧਿਆਪਕ ਨੂੰ ਇਹ ਕਰਨਾ ਹੁੰਦਾ ਜੀ ਕਿ ਮੈਂ ਉਹ ਜਿਹੜਾ ਉਹ ਬੱਚੇ ਦੀ ਜਗ੍ਹਾ ਤੇ ਖੜਾ ਹੋ ਕੇ ਸੋਚ ਸਕਦਾ। ਅਧਿਆਪਕ ਨੂੰ ਆਪਣੀ ਇਸ ਕੁਆਲਿਟੀ ਨੂੰ ਜ਼ਿਆਦਾ ਵਰਤਣਾ ਪਏਗਾ। ਜੇ ਜਿਸ ਤਰ੍ਹਾਂ ਦਾ ਬੱਚਾ ਹੈ ਉਸ ਤਰ੍ਹਾਂ ਦੇ ਹੀ ਉਸੇ ਲੈਵਲ ਤੇ ਜਾ ਕੇ ਉਹ ਖੜਾ ਹੋ ਕੇ ਸੋਚੇ ਕਿ ਇਹਦੇ ਤੇ ਕੀ ਬੀਤ ਰਹੀ ਹੈ, ਤੇ ਉਹਨੂੰ ਉਸੇ ਤਰ੍ਹਾਂ ਹੀ ਗੱਲਬਾਤ ਕਰੇ। ਪਹਿਲਾਂ ਯਾਦ ਹੈ ਤੁਹਾਨੂੰ, ਵੇਵ ਲੈਂਥ ਕਹਿੰਦੇ ਆ ਉਹਨੂੰ, ਵੀ ਇੱਕ ਦੂਸਰੇ ਨੂੰ ਦੇਖਣਾ। ਅਧਿਆਪਕ ਨੇ, ਵਿਦਿਆਰਥੀ ਨੇ, ਤੇ ਵਿਦਿਆਰਥੀ ਨੇ ਸਮਝ ਜਾਣਾ ਕਿ ਮੇਰਾ ਅਧਿਆਪਕ ਜਿਹੜਾ ਉਹ ਕੀ ਕਹਿ ਰਿਹਾ, ਘੂਰੀ ਸਮਝ ਜਾਣੀ, ਮਾਪਿਆਂ ਦੀ ਵੀ ਸਮਝ ਜਾਣੀ। ਹੁਣ ਉਹ ਚੀਜ਼ ਨਹੀਂ ਹੈ। ਹੁਣ ਬੱਚਾ ਘੂਰੀ ਨਹੀਂ ਵੇਖੇਗਾ, ਹੁਣ ਬੱਚਾ ਦੇਖੇਗਾ ਕਿ ਅਧਿਆਪਕ ਜਿਹੜਾ ਉਹਦੇ ਨਾਲ ਕਿੰਨਾ ਕੁ ਉਹਦੇ ਇਸ ਤਰੀਕੇ ਦੇ ਨਾਲ ਸੋਚਦਾ, ਉਹਦੀ ਗੱਲ ਨੂੰ ਸਮਝਦਾ ਕਿ ਨਹੀਂ ਸਮਝਦਾ। ਵਰਨਾ ਫਿਰ ਬੱਚਾ ਸਵਾਲ ਕਰਦਾ ਜਾਏਗਾ ਤੇ ਅਧਿਆਪਕ ਜਵਾਬ ਲੱਭਦਾ ਰਹੇਗਾ ਜੀ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਈ, ਬੜੀ ਵੱਡਮੁੱਲੀ ਜਾਣਕਾਰੀ ਦਿੱਤੀ। ਜਾਂਦੇ ਆਪਣੇ ਵਿਦਿਆਰਥੀਆਂ ਨੂੰ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗੀ ਵਿਦਿਆਰਥੀਆਂ ਨੂੰ ਤੇ ਦਰਸ਼ਕਾਂ ਨੂੰ ਕਿ ਤੁਸੀਂ ਚੰਗੇ ਮਾਪੇ ਬਣੋ, ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਵਕਤ ਦਿਓ, ਉਹਨਾਂ ਨਾਲ ਗੱਲਬਾਤ ਕਰੋ। ਤੇ ਜੇ ਤੁਸੀਂ ਉਹਨਾਂ ਨੂੰ ਵਕਤ ਦਿਓਗੇ, ਉਹਨਾਂ ਨਾਲ ਗੱਲਬਾਤ ਕਰੋਗੇ, ਤੇ ਨੈਚੁਰਲੀ ਉਹ ਮਾੜੀ ਸੰਗਤ ਤੇ ਬੜੀ ਦੂਰ ਦੀ ਗੱਲ ਹੈ ਕਿ ਉਹਦੇ ਵਿੱਚ ਪੈਣਗੇ। ਉਹ ਚੰਗੀ ਸੰਗਤ 'ਚ ਹੀ ਜਾਣਗੇ ਤੇ ਚੰਗਾ ਹੀ ਸੋਚਣਗੇ। ਤੇ ਇਸੇ ਤਰ੍ਹਾਂ ਅਧਿਆਪਕਾਂ ਨੂੰ ਵੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲਿਆਂ ਦਾ ਹੱਲ ਜਿਹੜਾ ਉਹ ਕਰਨਾ ਚਾਹੀਦਾ ਹੈ। ਤਾਂ ਕਿਉਂਕਿ ਘਰ 'ਚ ਬੱਚੇ ਦਾ ਬਿਹੇਵ ਹੋਰ ਹੁੰਦਾ, ਸਕੂਲ 'ਚ ਹੋਰ ਹੁੰਦਾ ਜੀ। ਜਗ੍ਹਾ ਦੇ ਨਾਲ ਬਿਹੇਵ ਵੀ ਬਦਲਦਾ ਜੀ।
ਜ਼ਰੂਰੀ ਨਹੀਂ ਕਿ ਮਾਂ-ਬਾਪ ਕਹਿਣਗੇ ਬੱਚਾ ਸਾਡਾ ਤੇ ਘਰ 'ਚ ਤੇ ਬੜਾ ਚੰਗਾ ਹੈ ਜੀ, ਇੱਥੇ ਆ ਕੇ ਸ਼ਰਾਰਤਾਂ ਕਰਦਾ ਹੈ ਤੇ ਅੱਗੋਂ ਦਾ ਅਧਿਆਪਕ ਕਹਦੇ ਹਾਂਜੀ ਜੀ ਇਹ ਤੇ ਬਹੁਤ ਸ਼ਰਾਰਤੀ, ਇਹ ਗਲਤ ਜੀ। ਹੈ। ਹੋ ਸਕਦਾ ਬੱਚਾ ਆਪਣੇ ਚੇਅਰ ਗਰੁੱਪ 'ਚ ਆ ਕੇ ਖੁਸ਼ ਹੋਇਆ ਤੇ ਉਹਨੇ ਸ਼ਰਾਰਤਾਂ ਕੀਤੀਆਂ ਜੀ। ਤੇ ਸ਼ਰਾਰਤੀ ਨਾਰਮਲ ਗੱਲ ਹੈ, ਲੇਕਿਨ ਬਹੁਤ ਜ਼ਿਆਦਾ ਸ਼ਰਾਰਤੀ ਉਹਦੇ ਵਾਸਤੇ ਕਾਉਂਸਲਿੰਗ, ਉਹਨੂੰ ਸਮਝਾਉਣਾ ਪਏਗਾ, ਉਹਨੂੰ ਵਕਤ ਦੇਣਾ ਪਏਗਾ ਜੀ। ਔਰ ਕਈ ਮਾਪੇ ਤਾਂ ਇਹ ਵੀ ਕਹਿੰਦੇ ਆ ਅਧਿਆਪਕਾਂ ਨੂੰ ਕਿ ਹਾਂ ਕਿ ਬੱਚਾ ਘਰ ਤੇ ਪੜ੍ਹ ਲੈਂਦਾ ਹੈ, ਉੱਥੇ ਕਿਉਂ ਨਹੀਂ ਪੜ੍ਹਦਾ। ਪਰ ਅਸੀਂ ਦੇਖਦੇ ਹਾਂ ਕਦੀ ਕਿ ਉਹ ਕਾਪੀ ਤੇ ਕੀ ਲਿਖੀ ਜਾ ਰਿਹਾ, ਕਦੀ ਖੋਲ ਕੇ ਪੜ੍ਹੀ ਅਸੀਂ ਕਿ ਬੱਚਾ ਕੀ ਲਿਖ ਕੇ ਯਾਦ ਕਰ ਰਿਹਾ, ਜਾਂ ਟਿਊਸ਼ਨ ਤੇ ਜਾ ਰਿਹਾ ਤੇ ਭਲਾ ਉੱਥੇ ਜਾ ਕੇ ਉਹਨੇ ਕੀ ਕੀਤਾ। ਅਸੀਂ ਉੱਥੇ ਵੀ ਪੈਸੇ ਦੇ ਰਹੇ ਹਾਂ, ਅਸੀਂ ਸਕੂਲ 'ਚ ਵੀ ਦੇ ਰਹੇ ਹਾਂ, ਤੇ ਬੈਟਰ ਨਹੀਂ ਅਸੀਂ ਸਕੂਲ ਦਾ ਕਿਰਾਇਆ ਹੀ ਉਹਨੂੰ ਘਰ ਵਿੱਚ ਚੰਗੀ ਤਰ੍ਹਾਂ ਕਰਾਇਆ ਜਾਵੇ, ਸਮਝਾਇਆ ਜਾਵੇ, ਤੇ ਆਪੇ ਬੱਚਾ ਸਮਝ ਜਾਂਦਾ ਸਾਰੀਆਂ ਗੱਲਾਂ। ਅਸੀਂ ਨਾ ਇਹ ਗੱਲਾਂ ਸੋਚਦੇ ਹਾਂ ਪਤਾ ਨਹੀਂ ਇਹਨੂੰ ਕੀ ਪੜ੍ਹਾਉਂਦੇ ਨੇ ਸਕੂਲ, ਪਤਾ ਨਹੀਂ ਕੀ ਪੜ੍ਹ ਕੇ ਆਂਦਾ, ਟਿਊਸ਼ਨ ਵਾਲੀ ਕੋਲੋਂ ਤੇ ਚੰਗਾ ਪੜ੍ਹਦਾ। ਟਿਊਸ਼ਨ ਵਾਲੀ ਨੂੰ ਪੁੱਛੋ, ਉਹ ਫੋਨ ਕਰਕੇ ਕਹੇਗੀ ਮੈਮ ਮੈਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਕੀ ਕਹਿ, ਤੁਸੀਂ ਮੈਨੂੰ ਦੱਸੋਗੇ ਵੀ ਤੁਸੀਂ ਕਲਾਸ 'ਚ ਕਿਸ ਤਰ੍ਹਾਂ ਸਮਝਾਇਆ। ਫਿਰ ਅਸੀਂ ਉਹਨੂੰ ਦੱਸਦੇ ਟਿਊਸ਼ਨ ਵਾਲੇ ਨੂੰ ਵੀ ਐਦਾਂ ਹੈ, ਫਿਰ ਉਹਨੂੰ ਉੱਦਾਂ ਸਮਝਾਉਂਦੀ। ਅਸੀਂ ਇਹ ਤੇ ਦੇਖੀਏ ਬੱਚੇ ਅਸੀਂ ਕਿੰਨਾ ਹੱਥਾਂ 'ਚ ਛੱਡੇ ਹੋਏ ਆ। ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਹੀ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ।